ਨਾ ਹਉ ਜਤੀ ਸਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ। ਪਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਪਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀ ਵਿਸਰਿਆ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਤਰਿਆਂ ਦੀ ਤੇਰ, ਨੇ ਆਸਰਿਆਂ ਦਾ ਆਸਰਾ। ਸ਼ਬਦਾ ਅਵਤਾਰ ਸਤਿਗੁਰੂ ਵਾਖਤ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿਨਾਂ ਦੇ ਪਾਵਨ ਹਜ਼ੂਰੀ ਅੰਦਰ ਗੁਰੂ ਧਨ, ਗੁਰੂ ਪਿਆਰਿਓ, ਗੁਰੂ ਸਵਾਰਿਓ, ਜਿੱਥੇ ਅਸੀਂ ਸਾਰੇ ਹੀ ਤਨ ਕਰਕੇ ਗੁਰੂ ਦੀ ਮਹਿਰਾਮਤ ਸਦਕੇ ਆਏ ਹਾਂ। ਗੁਰੂ ਦੇ ਬਖਸ਼ਿਸ਼ ਸਦਕੇ ਅਸੀਂ ਗੁਰੂ ਕੀ ਸ਼ਰਨ ਵਿੱਚ ਤਨ ਕਰਕੇ ਆ ਸਕੇ ਹਾਂ। ਮਨ ਕਰਕੇ ਵੀ ਆਈਏ, ਲਵਾਈਏ ਹਾਜ਼ਰੀਆਂ, ਬਣਾਈਏ ਰਸਨਾ ਨੂੰ ਸਫਲਾ। ਕੋਈ ਰਸਨਾ ਵੀ ਵਾਂਝੀ ਨਾ ਰਹਿ ਜਾਵੇ। ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਦੁਨੀਆ ਕੈਸੀ ਹੋਈ। ਸਾਲਕ ਮਿਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਚੁਕਾਇਆ। ਦੁਨੀਆ ਕਾਰਣ ਦੀਨ ਗਵਾਇਆ। ਹੈ ਕਰਕੇ ਓਏ ਕਰੇਨ। ਗੱਲਾਂ ਪਿੱਟਨ ਸਿਰ ਖੋਹੇਨ। ਨਾਉ ਲੈਨ ਅਰ ਕਰਨ ਸਮਾਏ। ਨਾਨਕ ਤਿਨ ਬਲਿਹਾਰੈ ਜਾਏ। ਸਾਧ ਸੰਗਤ ਜੀ, ਇਹ ਸ਼ਬਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਆਪਣੇ ਸਾਥੀਆਂ ਸਾਹਿਤ ਸਾਨੂੰ ਗਾ ਕੇ ਸੁਣਾ ਰਹੇ ਸਨ। ਇਸ ਸ਼ਬਦ ਦੇ ਵਿੱਚ ਮੇਰੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸ਼ਲੋਕ ਨੇ ਜੋ ਵਾਰਾਂ ਤੇ ਵਧੀਕ, ਵਾਰਾਂ ਤੋਂ ਜੋ ਵਧੇ, ਮੇਰੇ ਪਾਤਸ਼ਾਹ ਨੇ ਇਹਨਾਂ ਨੂੰ ਸਰਲੇਖ ਦੇ ਦਿੱਤਾ ਵਾਰਾਂ ਤੇ ਵਧੀਕ। ਤੇ ਇਹ ਸ਼ਲੋਕਾਂ ਦੇ ਵਿੱਚ ਮੇਰੇ ਪਾਤਸ਼ਾਹ ਉਸ ਪਰਮਾਤਮਾ ਨੂੰ ਕੀ ਕਹਿੰਦੇ ਨੇ? ਐ ਮੇਰੇ ਦਾਤਿਆ, ਕੋਈ ਰਾਹ ਦਿਖਾਉਣ ਵਾਲਾ ਨਹੀਂ ਹੈ, ਕੋਈ ਸਿੱਧੇ ਰਾਹੇ ਪਾਉਣ ਵਾਲਾ ਨਹੀਂ ਰਹਿ ਗਿਆ। ਸਾਲਕ ਮਿੱਤ ਨਾ ਰਹਿਓ ਕੋਈ। ਪੁੱਛਿਆ ਕਿਉਂ? ਕਿਆ ਭਾਈ ਬੰਦੀ? ਭਾਈ ਬੰਦੀ ਤੋਂ ਭਾਵ ਹੈ ਭਰਾਵਾਂ ਤੇ ਸਖੀਆਂ ਤੇ ਸੰਬੰਧੀਆਂ ਤੇ ਸੰਸਾਰ ਦੇ ਮੋਹ ਮਾਇਆ ਵਿੱਚ ਸਾਰੇ ਫਸ ਗਏ ਨੇ। ਭਾਈ ਬੰਦੀ ਕਿਆ ਹੇਤ? ਹੇਤ ਦਾ ਅਰਥ ਕਰਾਂਗੇ ਪ੍ਰੇਮ। ਚੁਕਾਇਆ ਤੋਂ ਭਾਵ ਹੈ ਰੱਬ ਨਾਲ ਕਿਸੇ ਦਾ ਹੁਣ ਪ੍ਰੇਮ ਨਹੀਂ ਰਿਹਾ। ਸੰਸਾਰ ਦੇ ਲੋਕਾਂ ਨਾਲ ਸਭ ਦਾ ਪ੍ਰੇਮ ਪੈ ਗਿਆ। ਮੋਹ ਮਾਇਆ ਦੀ ਦਲਦਲ ਵਿੱਚ ਫਸ ਗਏ। ਨਿਰੰਕਾਰ ਨਾਲੋਂ ਸਾਰਿਆਂ ਦਾ ਟੁੱਟ ਗਿਆ। ਭਾਈ ਬੰਦੀ ਭੈਣਾਂ ਭਰਾਵਾਂ ਸਖੀਆਂ ਸੰਬੰਧੀਆਂ ਦੇ ਵਿੱਚ ਮੋਹ ਮਾਇਆ। ਹੁਣ ਵੇਖੋ, ਜੇ ਦਾਤੇ ਨੇ ਦਾਤ ਦੇ ਦਿੱਤੀ ਤਾਂ ਵੀ ਦਾਤੇ ਨੂੰ ਵਿਸਾਰ ਦਿੱਤਾ। ਜੇ ਦਾਤੇ ਨੇ ਦਾਤ ਨਾ ਦਿੱਤੀ ਤਾਂ ਵੀ ਉਸ ਨਾਲੋਂ ਨਾਤਾ ਤੋੜ ਲਿਆ। ਆਪਾਂ ਪੜ੍ਹਦੇ ਆ ਨਾ, ਦਾਤੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ। ਇਹ ਦਾਤੇ ਨੇ ਦਾਤ ਆਪਣੇ ਹੱਥ ਵਿੱਚ ਰੱਖੀ ਹੈ। ਜਿਹੜਾ ਉਹਦੇ ਮਨ ਨੂੰ ਭਾਉਂਦਾ ਉਹ ਦੇ ਦਿੰਦਾ ਹੈ। ਤੇ ਆਪਾਂ ਇਹ ਵੀ ਪੜ੍ਹਦੇ ਆ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ ਦਾਤ ਪਿਆਰੀ। ਇਹ ਵੀ ਪੜ੍ਹਦੇ ਆ, ਦਾਤੇ ਕੋਲ ਦਾਤ ਲਈ ਤੇ ਉਹ ਪਿਆਰੀ ਲੱਗਣ ਲੱਗ ਪਈ। ਦਾਤਾ ਹੁਣ ਚੰਗਾ ਨਹੀਂ ਲੱਗਦਾ। ਦਾਤ ਪਿਆਰੀ ਵਿਸਰਿਆ ਦਾਤਾ। ਭਾਈ ਬੰਦੀ ਹੇ ਚੁਕਾਇਆ। ਇਸ ਸੰਸਾਰ ਦੇ ਮੋਹ ਮਾਇਆ ਵਿੱਚ ਫਸ ਕੇ
ਰੱਬ ਨਾਲੋਂ ਮੋਹ ਤੋੜ ਲਿਆ, ਰੱਬ ਨਾਲੋਂ ਪਿਆਰ ਮੁਕਾ ਲਿਆ। ਦੁਨੀਆ ਕਾਰਨ, ਕਾਰਨ ਦਾ ਅਰਥ ਕਰਾਂਗੇ ਖਾਤਰ, ਦੁਨੀਆ ਦੇ ਲਈ। ਦੁਨੀਆ ਕਾਰਨ ਦੀਨ, ਆਪਣੇ ਧਰਮ ਮਜ਼ਹਬ ਤੋਂ ਵੀ ਦੂਰ ਹੋ ਗਿਆ। ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੀ ਖਾਤਰ ਨਾ ਧਰਮ ਰਿਹਾ, ਨਾ ਸੰਸਾਰ ਰਿਹਾ, ਨਾ ਪਰਿਵਾਰ ਰਿਹਾ, ਕੱਖ ਵੀ ਨਹੀਂ ਰਿਹਾ। ਆਪਣੇ ਦੀਨ ਧਰਮ ਤੋਂ ਵੀ ਵਾਂਝਾ ਹੋ ਗਿਆ। ਮੇਰੇ ਸਾਹਿਬ ਜੀ ਕਹਿੰਦੇ ਨੇ ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੀ ਖਾਤਰ ਆਪਣੇ ਮਾਲਕ ਤੋਂ ਤੇਰੀਆਂ ਬਹੁਤ ਦੂਰੀਆਂ ਬਣ ਗਈਆਂ ਨੇ, ਬਹੁਤ ਦਰੇਡੇ ਚਲੇ ਗਿਆ ਹੈ। ਫਿਰ ਪਾਸ਼ਾ ਕੀ ਕਹਿੰਦੇ ਨੇ, ਹੈ ਕਰਕੇ ਓਏ ਕਰੇਨ। ਤੇ ਜਿਹੜੇ ਗੁਰੂ ਤੋਂ ਦਰੇਡੇ ਹੋ ਜਾਂਦੇ ਨੇ, ਜਿਨ੍ਹਾਂ ਦੀ ਗੁਰੂ ਨਾਲੋਂ ਸਾਂਝ ਟੁੱਟ ਜਾਂਦੀ ਹੈ ਬਣੀ ਹੋਈ, ਉਹ ਫਿਰ ਵਿਲਕਦੇ ਨੇ, ਉਹ ਤੜਫਦੇ ਨੇ, ਉਹ ਕੁਲਕਦੇ ਰਹਿੰਦੇ ਨੇ। ਕਿਵੇਂ ਜੀ? ਕਿਆ ਹੈ ਕਰਕੇ, ਹੈ ਤੋ ਭਾਏ ਹੈ, ਹਾਏ ਹਾਏ ਕਰਦੇ ਨੇ। ਓਏ ਕਰੇਨ, ਗੱਲਾਂ ਪਿੱਟਣ। ਇਹ ਜਿਹੜਾ ਸਾਡਾ ਰੁਖਸਾਰ ਹੈ, ਜਿਹੜੀ ਸੁੰਦਰਤਾ ਹੈ, ਜਿਸ ਨੂੰ ਅਸੀਂ ਮੁਖੜਾ ਕਹਿੰਦੇ ਆ, ਤੇ ਜਦੋਂ ਕੋਈ ਦੁੱਖ ਆਉਂਦਾ ਹੈ, ਜਿਹੜੇ ਰੱਬ ਦੇ ਕੋਲੋਂ ਦੂਰ ਹੋ ਜਾਂਦੇ ਨੇ, ਪਰਮਾਤਮਾ ਦੇ ਨਾਲੋਂ ਜਿਹੜਿਆਂ ਦੀ ਵਿਥਾਂ ਬਣ ਜਾਂਦੀਆਂ ਨੇ, ਉਹ ਫਿਰ ਇਸ ਦੁੱਖ ਨੂੰ ਸਹਿਣ ਨਹੀਂ ਕਰਦੇ। ਤੇ ਜਦੋਂ ਸਹਿਣ ਨਾ ਹੋ ਪਾਵੇ, ਰਜਾ ਵਿੱਚ ਨਾ ਰਿਹਾ ਜਾਵੇ, ਕਿਉਂਕਿ ਰੱਬ ਨਾਲੋਂ ਤਾਂ ਦੂਰੀਆਂ ਬਣ ਚੁੱਕੀਆਂ ਨੇ। ਤੇ ਜਿਨ੍ਹਾਂ ਦੀ ਰੱਬ ਨਾਲ ਦੂਰੀ ਬਣ ਗਈ, ਪਰਮਾਤਮਾ ਨਾਲੋਂ ਜਿਨ੍ਹਾਂ ਦੀ ਦੂਰੀ ਬਣ ਗਈ ਹੈ ਨਾ, ਉਹਨਾਂ ਕੋਲੋਂ ਦੁੱਖ ਸਹਾਰਿਆ ਨਹੀਂ ਜਾਂਦਾ। ਉਹ ਬਹੁਤ ਦੁਖੀ ਹੋ ਜਾਂਦੇ ਨੇ ਜਿਹੜੇ ਰੱਬ ਦੀ ਰਜ਼ਾ ਵਿੱਚ ਨਹੀਂ ਰਹਿੰਦੇ। ਮੇਰੇ ਪਾਤਸ਼ਾਹ ਕਹਿੰਦੇ ਨੇ ਹੈ ਕਰਕੇ ਓਏ ਕਰੇਨ, ਭਾਵ ਹਾਏ ਹਾਏ ਤਿਲ। ਉਹ ਦਿਨੇ ਰਾਤ ਬਿਲਕਦੇ ਰਹਿੰਦੇ ਨੇ, ਤੜਫਦੇ ਰਹਿੰਦੇ ਨੇ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫ ਰਹੀ ਹੋਵੇ। ਹੈ ਕਰਕੇ ਓਏ ਕਰੇਨ, ਗੱਲਾਂ ਪਿੱਟਣ ਸਿਰ ਖੋਹੀਨ। ਕਈ ਜਦੋਂ ਵੇਖਿਆ, ਜਦੋਂ ਕੋਈ ਸੰਸਾਰ ਦੇ ਵਿੱਚੋਂ ਕੋਈ ਆਪਣਾ ਪਿਆਰਾ ਸੰਸਾਰ ਦੇ ਵਿੱਚੋਂ ਵਿਛੋੜਾ ਦੇ ਦਿੰਦਾ ਹੈ, ਤੇ ਫਿਰ ਕਈ ਆਪਣੇ ਮੂੰਹ ਤੇ ਚਪੇੜਾ ਮਾਰਦੇ ਨੇ, ਕਈ ਆਪਣੇ ਵਾਲ ਖੋਹਣ ਲੱਗ ਪੈਂਦੇ ਨੇ, ਕੋਈ ਆਪਣੇ ਆਪ ਨੂੰ ਪਿੱਟਣ ਲੱਗ ਪੈਂਦੇ ਨੇ, ਆਪਣੇ ਪੱਟਾਂ ਤੇ ਹੱਥ ਮਾਰਨਾ ਉਹਨੂੰ ਪਿੱਟਣਾ ਕਹਿੰਦੇ ਨੇ, ਆਪਣੇ ਤਨ ਨੂੰ ਦੁੱਖ ਦੇਣਾ ਵੀ ਮੈਂ ਕਰ ਕੀ ਬੈਠਾ, ਆਪਣੇ ਮੱਥੇ ਦੇ ਉੱਤੇ ਹੱਥ ਮਾਰਨਾ। ਕਈ ਵਾਰੀ ਸਾਡੇ ਕੋਲ ਕੋਈ ਗੁਨਾਹ ਹੋ ਜਾਵੇ, ਕੋਈ ਔਗਣ ਹੋ ਜਾਵੇ, ਤੇ ਉਹਦਾ ਸਿੱਟਾ ਗਲਤ ਨਿਕਲੇ ਨਾ, ਤੇ ਫਿਰ ਅਸੀਂ ਯਕਦਮ ਆਪਣੇ ਮੱਥੇ ਤੇ ਹੱਥ ਮਾਰਦੇ ਆ, ਮਾੜੀ ਕਿਸਮਤ ਵਾਲਿਆ ਕਰ ਕੀ ਬੈਠਾ ਹੈ, ਆ ਤੂੰ ਕੀਤਾ ਕੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਗੱਲਾਂ ਪਿੱਟਣ ਸਿਰ ਖੋਹੀਨ। ਪਰ ਅੱਗੇ ਆ ਗਿਆ ਪਾਤਸ਼ਾਹ ਕਹਿੰਦੇ ਨੇ ਨਾਉ ਲੈਣ। ਜਿਹੜੇ ਰੱਬ ਦਾ ਨਾਉ ਲੈਂਦੇ ਨੇ, ਨਾਉ ਮੀਨਸ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਨਾਉ ਲੈਣ ਅਰ ਕਰਨ ਸਮਾਏ। ਹੁਣ ਸਮਾਏ ਤੇ ਆ ਕੇ ਆਪਾਂ ਰੁਕਾਂਗੇ। ਜਿਹੜੇ ਨਾਉ ਪ੍ਰਮਾਤਮਾ ਦਾ ਲੈਂਦੇ ਨੇ, ਉਹ ਸਮਾਈ ਕਿਵੇਂ ਕਰਦੇ ਨੇ, ਮੀਨਸ ਉਹਨਾਂ ਦੇ ਅੰਦਰ ਸ਼ਾਂਤੀ ਕਿਵੇਂ ਬਣੀ ਰਹਿੰਦੀ ਹੈ। ਨਾਉ ਲੈਣ ਦੇ ਨਾਲ ਹਰਖ ਸੋਗ ਤੇ ਰਹੇ ਨਿਆਰੋ ਵਾਲੀ ਅਵਸਥਾ ਕਿਵੇਂ ਬਣਦੀ ਹੈ। ਨਾ ਲੈਣਾ ਸਾਨੂੰ ਮੇਰੇ ਮਾਲਕ ਜੀ ਨੇ ਇਸੇ ਕਰਕੇ ਕਿਹਾ ਹੈ, ਬੰਦਿਆ ਜੇ ਤੂੰ ਰੱਬ ਦਾ ਨਾਉ ਲੈਣ ਲੱਗ ਪਵੇਂ ਨਾ, ਜੇ ਤੂੰ ਰੱਬ ਦਾ ਸਿਮਰਨ ਕਰਨ ਲੱਗ ਪਵੇਂ ਨਾ, ਤੇ ਤੇਰੇ ਅੰਦਰ ਸ਼ਾਂਤੀ ਬਣ ਜਾਏਗੀ, ਤੇਰਾ ਅੰਦਰ ਠੰਡਾ ਹੋ ਜਾਏਗਾ, ਤੇਰੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਠੰਡੀ ਪੈ ਜਾਵੇਗੀ। ਕਿਉਂਕਿ ਨਾਉ ਲੈਣ ਅਰ ਕਰਨ ਸਮਾਏ। ਕਿਆ ਨਾਨਕ ਗੁਰੂ ਜੀ ਆਖਦੇ ਨੇ, ਨਾਨਕ ਪਾਤਸ਼ਾਹ ਕਹਿੰਦੇ ਨੇ ਤਿੰਨ ਬਲਿਹਾਰੈ ਜਾਏ। ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਹੜਾ ਤੇਰਾ ਨਾਉ ਲੈਂਦੇ ਨੇ ਤੇ ਤੇਰੀ ਰਜ਼ਾ ਵਿੱਚ ਰਹਿੰਦੇ ਨੇ। ਹੁਣ ਮੈਂ ਇੱਕ ਦਿਨ ਅੱਗੇ ਕਥਾ ਕੀਤੀ ਸੀ, ਤੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਦੀ ਆਹ ਵਿਆਖਿਆ ਕੀਤੀ ਸੀ ਕਿ ਕੋਈ ਐਸਾ ਹੈ ਸੰਸਾਰ ਦੇ ਵਿੱਚ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕੋਈ ਐਸਾ ਹੈ? ਸਾਈਂ ਮੀਆਂ ਮੀਰ ਨੇ ਸਵਾਲ ਕੀਤਾ ਸੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ, ਪਾਤਸ਼ਾਹ ਇਸ ਸ਼ਬਦ ਦੇ ਅਰਥਾਂ ਦੀ ਮੈਨੂੰ ਤੇ ਕੋਈ ਸਮਝ ਨਹੀਂ ਆਈ। ਜੇ ਭੁੱਖ ਮਿਲੇ ਤਾਂ ਵੀ ਉਸ ਮਾਲਕ ਦਾ ਸ਼ੁਕਰਾਨਾ, ਜੇ ਦੁੱਖ ਮਿਲੇ ਤਾਂ ਵੀ ਉਸ ਮਾਲਕ ਦਾ ਸ਼ੁਕਰਾਨਾ, ਜੇ ਤਨ ਮਨ ਕੱਟਿਆ ਜਾਵੇ ਤੇ ਫਿਰ ਵੀ ਉਸ ਮਾਲਕ ਦੀ ਰਜ਼ਾ ਵਿੱਚ ਰਿਹਾ ਜਾਵੇ, ਕੋਈ ਐਸਾ ਮਨੁੱਖ ਹੋ ਸਕਦਾ ਹੈ? ਪਾਤਸ਼ਾਹ ਨੇ ਕਿਹਾ ਸੀ ਹਾਂ, ਇਹਦੇ ਅਰਥਾਂ ਦੀ ਤੈਨੂੰ ਭਾਈ ਸਾਈਂ ਮੀਆਂ ਮੀਰ ਐਵੇਂ ਸਮਝ ਨਹੀਂ ਆਉਣੀ, ਆਵੇਗਾ ਸਮਾਂ ਤੇ ਇਸੇ ਅਰਥਾਂ ਦੀ ਵਿਆਖਿਆ ਕਰਕੇ ਅਸੀਂ ਦੱਸਾਂਗੇ।
ਤੇ ਉਹ ਵਿਆਖਿਆ ਕਰਕੇ ਗੁਰੂ ਸਾਹਿਬ ਜੀ ਨੇ ਦੱਸੀ। ਆਪ ਤੱਤੀ ਤਵੀ ਤੇ ਬੈਠੇ, ਤੱਤਾ ਰੇਤਾ ਸੀਸ ਵਿੱਚ ਪਵਾਇਆ, ਪਾਣੀ ਵਿੱਚ ਉਬਾਲੇ ਖਾਦੇ, ਤੇ ਸਾਈਂ ਮੀਆਂ ਮੀਰ ਆਇਆ ਤੇ ਉਹਨੇ ਆਪਣੀ ਅੱਖਾਂ ਨਾਲ ਵੇਖਿਆ। ਕਿਆ ਵੇਖ ਲਿਆ ਕਿ ਬਈ ਹਾਂ ਵਾਕਿਆ ਹੀ ਗੁਰੂ ਸਾਹਿਬ ਜੀ ਤੁਸੀਂ ਉਸ ਸ਼ਬਦ ਦੀ ਅੱਜ ਵਿਆਖਿਆ ਕਰਕੇ ਸੁਣਾ ਦਿੱਤੀ ਹੈ। ਪਾਣੀ ਵੀ ਤੱਤਾ, ਅੱਗ ਵੀ ਤੱਤੀ, ਰੇਤਾ ਵੀ ਤੱਤਾ, ਉਹ ਚੰਦੋ ਵੀ ਤੱਤਾ, ਜੰਗੀਰ ਵੀ ਤੱਤਾ, ਭੜਭੂੰਜਾ ਰੇਤਾ ਪਾਉਣ ਵਾਲਾ ਵੀ ਤੱਤਾ, ਤੇ ਜਿਹੜੇ ਰੱਬ ਦੇ ਨਾਮ ਜਪਣ ਵਾਲਾ ਕੇਵਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਠੰਡਾ ਹੈ। ਇੱਥੇ ਸਾਈਂ ਮੀਆਂ ਮੀਰ ਵੀ ਤੱਤਾ ਹੋ ਗਿਆ। ਸਾਈਂ ਮੀਆਂ ਮੀਰ ਨੇ ਵੀ ਕਿਹਾ ਸੀ, ਦਾਤਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਹ ਦੁੱਖ ਮੇਰਥੋਂ ਸਹਾਰੇ ਨਹੀਂ ਜਾਂਦੇ, ਜੇ ਤੁਸੀਂ ਕਹੋ ਤੇ ਮੈਂ ਤਖਤਾ ਪੁੱਠਾ ਕਰ ਸਕਦਾ। ਜਿਵੇਂ ਸਿੱਖ ਨੇ ਕਿਹਾ ਸੀ ਇੱਕ ਗੰਨੇ ਦੀ ਛਿੱਲੜ ਚੂਪ ਕੇ, ਤੇ ਪਾਤਸ਼ਾਹ ਨੇ ਕਿਹਾ ਇਹ ਤਾਕਤ ਕਿੱਥੋਂ ਮਿਲੀ ਹੈ। ਪਾਤਸ਼ਾਹ ਨੇ ਬਾਂਹ ਫੜੀ ਤੇ ਸਾਰੀ ਤਾਕਤ ਖਿੱਚ ਲਈ ਤੇ ਕਹਿਣ ਲੱਗੇ ਸਤਿਗੁਰੂ ਜੀ ਹੁਣ ਤਖਤਾ ਪੁੱਠਾ ਕਰਦੇ। ਕਹਿੰਦੇ ਨੇ ਪਾਤਸ਼ਾਹ ਹੁਣ ਮੇਰੇ ਕੋਲ ਰਿਹਾ ਹੀ ਨਹੀਂ ਕੁਛ, ਮੈਂ ਕਿਵੇਂ। ਕਹਿਣ ਤੋਂ ਭਾਵ ਹੈ ਇਸ ਸ਼ਬਦ ਦੀ ਵਿਆਖਿਆ ਕਰਕੇ ਸੁਣਾਈ। ਤੇ ਆਹ ਜਿਹੜਾ ਸ਼ਬਦ ਮੈਂ ਹੁਣ ਪੜ੍ਹਿਆ ਹੈ ਆਪ ਨਾਲ ਸਾਂਝਾ ਕੀਤਾ, ਜਿਸ ਗੁਰੂ ਕੇ ਕੀਰਤਨੀਆਂ ਪਾਸੋਂ ਸੁਣਿਆ ਹੈ, ਇਹਦੀ ਵਿਆਖਿਆ ਕਰਕੇ ਕੌਣ ਸੁਣਾਏਗਾ? ਗੁਰੂ ਨਾਨਕ ਸਾਹਿਬ ਮਹਾਰਾਜ। ਹੈ ਕਰਕੇ ਓਏ ਕਰੇਨ, ਗੱਲਾਂ ਪਿੱਟਨ ਸਿਰ ਖੋਹੇਨ, ਨਾਉ ਲੈਨ ਅਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੈ ਜਾਏ। ਆਜੋ ਹੁਣ ਆਨੰਦਪੁਰ ਵਿੱਚ, ਜਿਸ ਨੂੰ ਮੇਰੇ ਪਾਤਸ਼ਾਹ, ਜਦੋਂ ਆਪਾਂ ਆਨੰਦਪੁਰ ਦੀ ਗੱਲ ਚੱਲ ਕਰਦੇ ਆ ਨਾ, ਜਦੋਂ ਸਤਿਗੁਰੂ ਜੀ 2 ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਾਉਂਦੇ, ਇੱਥੇ ਤੇ ਕੋਈ ਪਿਆਰਾ ਚਲੇ ਜਾਵੇ ਨਾ, ਕੋਈ ਆਪਣੇ ਪਰਿਵਾਰ ਦਾ ਮੈਂਬਰ ਚਲੇ ਜਾਵੇ, ਤੇ ਲੋਕ ਮੂੰਹ ਤੇ ਆਪਣੇ ਚਪੇੜਾਂ ਪਏ ਮਾਰਦੇ ਨੇ, ਸਿਰ ਦੇ ਵਾਲ ਪਏ ਪੁੱਟਦੇ ਨੇ, ਆਪਣੇ ਤਨ ਨੂੰ ਦੁੱਖ ਪਏ ਦਿੰਦੇ ਨੇ। ਤੇ ਇਸ ਸ਼ਬਦ ਦੀ ਵਿਆਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰ ਰਹੇ ਨੇ। ਚਮਕੌਰ ਦੀ ਗੜੀ ਹੈ, 2 ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਤੇ ਇੱਕ ਤੱਤੀ ਤਵੀ ਤੇ ਬੈਠ ਕੇ ਕਹਿ ਰਿਹਾ ਸੀ ਨਾ, ਤੇਰਾ ਕੀਆ ਮੀਠਾ ਲੱਗਾ। ਇੱਥੇ ਚਮਕੌਰ ਦੀ ਗੜੀ ਵਿੱਚ ਬੈਠੇ ਹੋਏ ਮੇਰੇ ਮਾਲਕ ਜੀ ਕੀ ਕਹਿ ਰਹੇ ਨੇ? ਦਾਤਿਆ ਮੇਰਾ ਮੁਝ ਮੇਂ ਕਿਛ ਨਹੀਂ, ਮੇਰਾ ਤੇ ਕੁਝ ਵੀ ਨਹੀਂ ਹੈ। ਤੇ ਫਿਰ ਇਸੇ ਹੀ ਸ਼ਬਦ ਦੀ ਵਿਆਖਿਆ ਮੇਰੇ ਪਾਤਸ਼ਾਹ ਕਰਦੇ ਨੇ, ਜਦੋਂ ਚਾਰੇ ਸ਼ਹੀਦ ਹੋ ਜਾਂਦੇ ਨੇ ਤੇ ਤਲਵੰਡੀ ਸਾਬੋ ਕੀ ਜਦੋਂ ਮੇਰੇ ਪਾਤਸ਼ਾਹ ਨੂੰ ਪਤਾ ਲੱਗਦਾ ਹੈ ਸ਼ਹੀਦ ਹੋ ਗਏ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਆ ਕੇ ਆਖਦੇ ਨੇ ਸਤਿਗੁਰੂ ਜੀ ਉਹ ਲਾਲ ਕਿੱਥੇ ਨੇ? ਬਾਬਾ ਜੀ ਸਿੰਘ, ਬਾਬਾ ਜੁਝਾਰ ਸਿੰਘ ਕਿੱਥੇ ਨੇ? ਤੇ ਸਤਿਗੁਰੂ ਜੀ ਕਹਿੰਦੇ ਨੇ ਇਨ ਪੁੱਤਰਨ ਕੇ ਸ਼ੀਸ਼ ਪਰ। ਉਹ ਕਿਹੜੇ ਪੁੱਤਰ ਸਨ ਜੀ? ਕੀ ਅਸੀਂ ਸਾਂ? ਨਹੀਂ, ਮੈਂ ਤੇ ਉਹ ਕਵਾਂਗਾ ਭਾਈ ਮਨੀ ਸਿੰਘ ਉਹਨਾਂ ਦੇ ਪੁੱਤਰ ਸਨ। ਭਾਈ ਮਨੀ ਸਿੰਘ ਪੁੱਤਰ ਨੇ ਜਿਹੜੇ ਬੰਦ ਕਟਾਉਣ ਵਾਲੇ ਨੇ, ਧਰਮ ਹੇਤ ਸੀਸ ਦੇਣ ਵਾਲੇ ਨੇ। ਭਾਈ ਉਦੇ ਸਿੰਘ ਪੁੱਤਰ ਨੇ ਜਿਹੜੇ ਸ਼ਾਹੀ ਟਿੱਬੀ ਤੇ ਸ਼ਹੀਦ ਹੁੰਦੇ ਨੇ। ਭਾਈ ਬਚਿੱਤਰ ਸਿੰਘ ਉਹਨਾਂ ਦੇ ਪੁੱਤਰ ਨੇ ਜਿਹੜੇ ਲੋਹਗੜ੍ਹ ਦਾ ਕਿਲੇ ਦੇ ਵਿੱਚੋਂ ਨਿਕਲ ਕੇ ਆ ਕੇ ਕੇਸਰੀ ਚੰਦ ਜਿਹੜਾ ਹਾਥੀ ਲੈ ਕੇ ਆਉਂਦਾ ਉਹਦੇ ਸਿਰ ਵਿੱਚ ਬਰਛੀ ਮਾਰਦੇ ਨੇ। ਪੁੱਤਰ ਤੇ ਉਹ ਨੇ। ਤੇ ਜਦੋਂ ਕੱਲ ਆਨੰਦ ਕਾਰਜ ਹੋਇਆ ਸੀ ਇੱਥੇ, ਜਦੋਂ ਆਨੰਦ ਕਾਰਜ ਹੁੰਦਾ ਹੈ ਤੇ ਉਦੋਂ ਮਾਪੇ ਜਿਹੜੇ ਨੇ ਆਪਣੇ ਪੁੱਤਰਾਂ ਦੇ ਸਿਰਾਂ ਦੇ ਉੱਤੋਂ ਮਾਇਆ ਵਾਰਦੇ ਨੇ, ਕਰੰਸੀ ਵਾਰਦੇ ਨੇ, ਪੈਸੇ ਵਾਰ ਕੇ। ਗੁਰਮਤ ਵਿੱਚ ਇਹ ਗੱਲ ਹੈ ਨਹੀਂ, ਇਹ ਕਨਸੈਪਟ ਗੁਰਮਤ ਦਾ ਨਹੀਂ ਹੈ। ਵਾਰਨੇ ਕਰਨੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਪਰ ਮਾਪੇ ਆਪਣੇ ਬੱਚਿਆਂ ਦੇ ਉੱਤੋਂ ਜਦੋਂ ਵਾਰਨੇ ਕਰਦੇ ਨੇ ਉਦੋਂ ਕਹਿਣ ਤੋਂ ਇਹ ਭਾਵ ਹੁੰਦਾ ਹੈ ਕਿ ਇਹ ਜਿਹੜੀ ਕਰੰਸੀ, ਇਹ ਜਿਹੜੀ ਮਾਇਆ ਵੀ ਤੇਰੇ ਸਾਹਮਣੇ ਤੁੱਛ ਜੀ ਹੈ, ਕੁਛ ਵੀ ਨਹੀਂ ਹੈ। ਮੈਂ ਅੱਜ ਤੇਰੇ ਤੋਂ ਕਰੰਸੀ ਸਾਰਾ ਕੁਝ ਵਾਰ ਦਿੱਤਾ। ਕਿਸੇ ਨੇ ਧਨ ਵਾਰਿਆ, ਕਿਸੇ ਨੇ ਕਰੰਸੀ ਵਾਰੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅੱਜ ਦੇ ਸਿੱਖੋ ਜਿਹੜੇ ਕੇਸ ਕਤਲ ਕਰਾਉਂਦੇ ਹੋ, ਤੁਹਾਡੇ ਉੱਤੋਂ ਤੇ ਮੇਰੇ ਦਾਤੇ ਨੇ ਆਪਣੇ ਚਾਰੇ ਪੁੱਤਰ ਹੀ ਵਾਰ ਦਿੱਤੇ। ਤੁਹਾਡੇ ਉੱਤੋਂ ਤੇ ਮੇਰੇ ਸਤਿਗੁਰੂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਚਾਰੇ ਪੁੱਤਰ ਵਾਰ ਦਿੱਤੇ। ਤੇ ਚਾਰੇ, ਕੋਈ ਨੇ ਧਨ ਵਾਰਿਆ, ਕਿਸੇ ਨੇ ਪੈਸੇ ਵਾਰੇ, ਕਿਸੇ ਨੇ ਕੁਝ ਵਾਰਿਆ। ਪਰ ਜਦੋਂ ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚੋਂ ਜਾਂਦੇ ਨੇ, ਸ਼ਹਾਦਤ ਹੋ ਜਾਂਦੀ ਹੈ ਸਿੰਘਾਂ ਦੀ।
ਤਲਵੰਡੀ ਕੀ ਸਾਬੋ ਬੈਠੇ ਹੋਏ ਨੇ। ਮਾਤਾ ਸਾਹਿਬ ਕੌਰ ਪੁੱਛਦੀ ਹੈ ਬਾਬਾ ਅਜੀਤ ਸਿੰਘ ਕਿੱਥੇ ਨੇ? ਮਾਤਾ ਸੁੰਦਰ ਕੌਰ ਪੁੱਛਦੇ ਹਨ ਜੁਝਾਰ ਕਿੱਥੇ ਹੈ? ਬਾਬਾ ਜੋਰਾਵਰ ਕਿੱਥੇ ਹੈ? ਬਾਬਾ ਫਤਿਹ ਸਿੰਘ ਕਿੱਥੇ ਹੈ? ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਬੈਠੇ ਤੇ ਹੈਗੇ ਨੇ। ਕਹਿਣ ਲੱਗੇ ਸਾਨੂੰ ਸਤਿਗੁਰੂ ਜੀ ਦਿਸਦੇ ਨਹੀਂ। ਫਿਰ ਇਸ਼ਾਰਾ ਕੀਤਾ ਉਹ ਵੇਖੋ ਬੈਠੇ ਨੇ। ਤੀਸਰੀ ਵਾਰੀ ਫਿਰ ਕਿਹਾ ਉਹ ਵੇਖੋ ਬੈਠੇ ਨੇ। ਤੇ ਕਿਹਾ ਨਾ ਸਤਿਗੁਰੂ ਜੀ ਤੁਹਾਡੀ ਰਮਜ ਸਮਝ ਨਹੀਂ ਆ ਰਹੀ? ਤਾਂ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਇਹ ਮੇਰੇ ਪੁੱਤਰ ਨੇ, ਇਹਨਾਂ ਤੋਂ ਮੈਂ 4 ਵਾਰੇ ਨੇ। ਸੰਸਾਰ ਦੇ ਵਿੱਚ ਚਮਕੌਰ ਦੀ ਗੜੀ ਨਾ ਹੁੰਦੀ, ਭਾਈ ਸਾਹਿਬ ਨੇ ਹੁਣੇ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਅਸੀਂ ਸ਼ਹੀਦੀ ਦਿਵਸ ਮਨਾਉਂਦੇ ਆ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਗੁਰਦਾਸ ਨੰਗਲ ਦੀ ਗੜੀ ਨਹੀਂ ਸੀ ਜੀ ਹੋਣੀ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਸੀ ਖੜਕਣੀ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਦੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਦ ਅਜ ਨਾਨਕ ਗੁਰੂ ਗੋਬਿੰਦ ਸਿੰਘ ਸਿੱਕੇ ਦੇ ਉੱਤੇ ਨਾਂ ਨਾ ਲਿਖਿਆ ਜਾਂਦਾ। ਇਹ ਚਮਕੌਰ ਦੀ ਗੜੀ ਵਿੱਚੋਂ ਹੀ ਰਾਜ ਦੀ ਨੀਂਹ ਰੱਖੀ ਜਾਂਦੀ ਹੈ। ਇਹ ਚਮਕੌਰ ਦੀ ਗੜੀ ਵਿੱਚੋਂ, ਜੇ ਚਮਕੌਰ ਦੀ ਗੜੀ ਨਹੀਂ ਤੇ ਸਰਹੰਦ ਦੀ ਇੱਟ ਨਾਲ ਇੱਟ ਨਾ ਖੜਕਾਈ ਜਾਂਦੀ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਅੱਜ ਸਾਡੇ ਕੋਲ ਗੁਰਦਾਸ ਨੰਗਲ ਦੀ ਗੜੀ ਨਾ ਹੁੰਦੀ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਨਾ ਖੜਕਾਉਂਦਾ। ਜੇ ਚਮਕੌਰ ਦੀ ਗੜੀ ਨਾ ਹੁੰਦੀ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਹੀ ਨਾ ਪੈਂਦਾ। ਇਹ ਚਮਕੌਰ ਦੀ ਗੜੀਏ, ਇੱਥੋਂ ਸਾਰਾ ਕੁਝ ਮਿਲਿਆ ਹੈ ਸਾਨੂੰ। ਚਮਕੌਰ ਦੀ ਗੜੀ ਤੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਸ਼ਹਾਦਤਾਂ ਜਦੋਂ ਸਿੱਖ ਦਿੰਦੇ ਨੇ, ਇਹ ਚਮਕੌਰ ਦੀ ਗੜੀ ਚਮਕ ਰਹੀ ਹੈ। ਅੱਜ ਜਦੋਂ ਮੇਰੇ ਪਾਤਸ਼ਾਹ ਇਸ ਚਮਕੌਰ ਦੀ ਗੜੀ ਵਿੱਚ ਜਾਂਦੇ ਨੇ, ਮੈਂ ਉਸ ਪਾਸੇ ਲੈ ਕੇ ਆਉਣਾ, ਵਿਸ਼ਾ ਬੜਾ ਲੰਮਾ ਹੋ ਜਾਣਾ। ਇੱਕ ਸ਼ਾਇਰ ਨੇ, ਕਵੀ ਨੇ, ਹਕੀਮ योगी यार अल्लाह खान ने बहुत सोना लिखा है। बस हिंद में एक तीर्थ है यात्रा के लिए, कटाए बाप ने बेटे जहां खुदा के लिए। तीर्थ है ਤੇ ਇੱਕ ਭਾਰਤ ਵਿੱਚ ਇੱਕ ਤੀਰਥ ਇਹੋ ਜਿਹਾ ਹੈ ਜਿਹੜਾ ਯਾਤਰਾ ਕਰਨ ਦੇ ਯੋਗ ਹੈ। ਜਿਨ੍ਹਾਂ ਨੇ ਅਜੇ ਤੱਕ ਯਾਤਰਾ ਨਹੀਂ ਨਾ ਕੀਤੀ, ਚਮਕੌਰ ਸਾਹਿਬ ਦੀ ਉਸ ਕੱਚੀ ਗੜੀ ਨੂੰ ਵੇਖਿਆ ਨਹੀਂ, ਉਹ ਜ਼ਰੂਰ ਜਾਇਓ। ਕਵੀ ਨੇ ਕਿਹਾ ਹੈ हिंद में एक तीर्थ है यात्रा के लिए, कटाए बाप ने बेटे जहां खुदा के लिए। जिथे बाप ने पुत्र अपने अखां दे सामने बेरा बेरा कटा दिते, मैं नुकते माड़े माड़े रखड़े ने। कई बारी जदों असीं आनंदपुर साहिब जी नूं छड्डण दी गल आउंदी है ना, ते मेरे वर्गे, मैं अपने वर्गे कहांगा मैं बेसमझ हाँ, मैनूं पता नहीं। क्यों कि जिवें जिवें मनुख नूं समझ आउंदी है, डिगदा है फिर सवार हुंदा है, डिगदा मुड़ के फिर घुट के हथ पा लैंदा है, फिर डिगे तीसरी वारी ते फिर छड्डदा नहीं, नाल ही चिंबड़ जांदा है। जिवें जिवें मनुख नूं समझ आउंदी है उवें उवें पता लगदा है। कई बारी असीं ये कह दिंदे हां कि गुरु गोबिंद सिंह साहब महाराज आनंदपुर जदों छडवाया गया आप दे कोलों ते धोखे नाल छडाया गया। जिस गुरु नाल कोई जिहड़ा गुरु छलिया जावे, जिस गुरु नाल धोखा हो जावे, वो गुरु किवें दा होवेगा? फिर गुरु कहलवाउण दे योग है? वो गुरु प्यारिओ, गुरु नूं कोई छल नहीं जे सकदा। गुरु नूं कोई छलावा बन के छल नहीं सकदा। गुरु नूं किसी ने ना अज तक छलिया ते ना उसनूं, गुरु दे ते सिखां नूं नहीं छलिया गया। गुरु नूं किसने की छलना? गुरु दे सिखां नूं कोई छल नहीं पाया। ਪਹਿਲਾਂ ਜਦੋਂ ਆਨੰਦਪੁਰ ਦੇ ਉੱਤੇ ਹਮਲਾਵਰ ਹਮਲਾ ਕਰਦਾ ਹੈ, ਲੋਹਗੜ੍ਹ ਦੇ ਕਿਲੇ ਉੱਤੇ ਪਹਿਲਾ ਕੰਮ ਹੁੰਦਾ ਹੈ ਹਮਲਾਵਰ ਦਾ ਹਮਲਾ ਕਰਕੇ ਉਹਦੇ ਉੱਤੇ ਹਮਲਾਵਰ ਬਣ ਕੇ ਆਉਣਾ ਤੇ ਉਹਨੂੰ ਜਿੱਤ ਲੈਣਾ। ਦੂਸਰਾ ਕੰਮ, ਜੇ ਜਿੱਤਿਆ ਨਾ ਜਾਵੇ ਤੇ ਲਾਲਚ ਦਿੱਤਾ ਜਾਵੇ, ਲਾਲਚ ਨਾਲ ਉਸ ਥਾਂ ਨੂੰ ਖਾਲੀ ਕਰਾ ਲਿਆ ਜਾਵੇ। ਕਈ ਵਾਰੀ ਲੋਕੀ ਕਬਜ਼ਾ ਲੈਂਦੇ ਨੇ ਨਾ, ਪਹਿਲਾਂ ਹਮਲਾਵਰ ਬਣ ਕੇ ਆਉਂਦੇ ਨੇ ਕਬਜ਼ਾ ਲੈਣ ਲਈ। ਵੇਖਿਆ ਅੱਗੇ ਬੰਦਾ ਅੜ ਗਿਆ ਏ, ਹੁਣ ਇਥੋਂ ਨਿਕਲਣਾ ਨਹੀਂ ਚਾਹੁੰਦਾ, ਤੇ ਦੂਸਰਾ ਪਤਾ ਕਿਹੜਾ ਕੰਮ ਅਪਣਾਇਆ ਜਾਂਦਾ ਹੈ ਵੀ ਇਹਨੂੰ ਹੁਣ ਲਾਲਚ ਦੇ ਕੇ, ਪੈਸੇ ਦੇ ਕੇ, ਭਾਰਤ ਵਿੱਚ ਕੋਈ ਕਿਰਾਏ ਤੇ ਬਹਿ ਜਾਏ ਤੇ ਫਿਰ ਉਹਨੂੰ ਪੈਸੇ ਦੇ ਕੇ ਖਾਲੀ ਕਰਾਉਂਦੇ ਨੇ। ਖਾਲੀ ਕਰਦੇ ਬਈ ਪੈਸੇ ਲੈ ਲੈ। ਹੁਣ ਦੂਸਰਾ ਲਾਲਚ, ਤੇ ਜਦੋਂ ਲਾਲਚ ਵਿੱਚ ਵੀ ਨਾ ਕੰਮ ਚੱਲੇ
ਤੇ ਫਿਰ ਧਰਮ ਦਾ ਲੋਕ ਵਾਸਤਾ ਪਾਉਂਦੇ ਨੇ, ਹੱਥ ਜੋੜਦੇ ਨੇ, ਧਰਮ ਦਾ ਵਾਸਤਾ ਪਾਉਂਦੇ ਨੇ ਵੀ ਤੈਨੂੰ ਧਰਮ ਦਾ ਵਾਸਤਾ ਹੈ, ਖਾਲੀ ਘਰ ਦੇ ਥਾਂ ਚਲੇ ਜਾ। ਮੇਰੇ ਪਾਤਸ਼ਾਹ ਨੂੰ ਜਦੋਂ ਸਾਹਮਣੇ ਜੰਗ ਹੁੰਦੀ ਹੈ, ਵਾਰ ਹੁੰਦੇ ਨੇ, ਤੋਪਾਂ ਆ ਕੇ ਤੇ ਹਾਥੀ ਆਉਂਦਾ ਹੈ ਲੋਹਗੜ੍ਹ ਦਾ ਕਿਲਾ ਤੋੜਨ ਲਈ, ਉਦੋਂ ਮੇਰੇ ਪਾਤਸ਼ਾਹ ਦਾ ਹਾਥੀ ਭਾਈ ਬਚਿੱਤਰ ਸਿੰਘ ਨਿਕਲਦਾ ਹੈ। ਬਚਿੱਤਰ ਸਿੰਘ ਤਾਂ ਹਿਰਦੈ ਵਿਚਾਰਿਓ, ਇਹ ਅਵਸਰ ਅਬ ਮੇਰਾ, ਹੁਤੋਂ ਮਤੰਗ ਅੰਗ ਮੇ ਵਰਸ਼ਾ, ਕਰਕੇ ਓਜ ਕਨੇਰਾ। ਜੇ ਦੁਨੀ ਚੰਦ ਨਸ ਗਿਆ ਤੇ ਫਿਰ ਕੀ ਹੋਇਆ? ਭਾਈ ਬਚਿੱਤਰ ਸਿੰਘ ਨਿਕਲਦਾ ਹੈ, ਪਾਤਸ਼ਾਹ ਨੇ ਕੰਡ ਤੇ ਹੱਥ ਰੱਖ ਦਿੱਤਾ, ਭਾਈ ਬਚਿੱਤਰ ਸਿੰਘ ਨੇ ਨੇਜਾ ਫੜਿਆ। ਜਦੋਂ ਲੋਹੇ ਦਾ ਦਰਵਾਜ਼ਾ ਤੋੜਨ ਲਈ ਹਾਥੀ ਅੱਗੇ ਆਉਂਦਾ ਹੈ, ਦਰਵਾਜ਼ਾ ਖੁੱਲ ਜਾਂਦਾ ਹੈ, ਦਰਬਾਨ ਦਰਵਾਜ਼ਾ ਖੁੱਲਦਾ ਹੈ। ਭਾਈ ਬਚਿੱਤਰ ਸਿੰਘ ਰਬਾਬਾਂ ਦੇ ਉੱਤੇ, ਰਕਾਬਾਂ ਉੱਤੇ ਭਾਰ ਪਾ ਕੇ ਲਗਾਮ ਖੱਬੇ ਹੱਥ ਨਾਲ ਫੜ ਕੇ ਸੱਜੇ ਹੱਥ ਵਿੱਚ ਜਦੋਂ ਨੇਜਾ ਆਉਂਦੇ ਹਾਥੀ ਦੇ ਮੱਥੇ ਵਿੱਚ ਮਾਰਦਾ, ਚੀਰ ਕੇ ਉਸ ਨੂੰ ਫੌਲਾਦ ਦੀਆਂ ਤਵੀਆਂ ਨੂੰ ਪਾਰ ਕਰਦਿਆਂ ਹੋਇਆਂ ਅੰਦਰ ਵੜ ਜਾਂਦਾ ਹੈ। ਬਰਛਾ ਜਦੋਂ ਘੁਮਾਉਂਦਾ ਹੈ, ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ, ਸੁੰਡ ਨਾਲ ਤਲਵਾਰ ਵੱਜੀ ਹੁੰਦੀ ਹੈ, ਪਿਛਾਂ ਨੂੰ ਆਪਣੀਆਂ ਫੌਜਾਂ ਨੂੰ ਵੱਢਦਾ ਟੁਕਦਾ ਤੁਰ ਜਾਂਦਾ ਹੈ। ਫਿਰ ਭਾਈ ਉਦੇ ਸਿੰਘ, ਉਸ ਕੇਸਰੀ ਚੰਦ ਜਿਹੜਾ ਫੌਜਾਂ ਦੀ ਅਗਵਾਈ ਕਰ ਰਿਹਾ, ਉਹਦਾ ਸਿਰ ਵੱਢ ਕੇ ਬਰਛੇ ਉੱਤੇ ਟੰਗ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁੱਟ ਦਿੰਦਾ। ਤੇ ਭਾਈ ਖੁਸ਼ਹਾਲ ਸਿੰਘ, ਜਿਹਦੀ ਮੈਂ ਕੱਲ ਬਾਬਾ ਮੱਖਣ ਸ਼ਾਹ ਲਵਾੜੇ ਦੀ ਗੱਲ ਕਰ ਰਿਹਾ ਸਾਂ, ਅਰਦਾਸ ਦੀ ਗੱਲ ਕਰ ਰਿਹਾ ਸਾਂ ਕਿ ਵੀ ਉਸ ਦੀ ਅਰਦਾਸ, ਤੇ ਭਾਈ ਮੱਖਣ ਸ਼ਾਹ ਲਵਾਣੇ ਦਾ ਪੁੱਤਰ ਭਾਈ ਖੁਸ਼ਹਾਲ ਸਿੰਘ ਉਸ ਜੰਗ ਦੇ ਵਿੱਚ ਸ਼ਹੀਦ ਹੁੰਦਾ ਹੈ। ਅਣਗਿਣਤ ਫੌਜਾਂ ਨੇ ਆਨੰਦਪੁਰ ਨੂੰ 7 ਤੋਂ ਲੈ ਕੇ 8 ਮਹੀਨੇ ਤੱਕ ਇਤਿਹਾਸਕਾਰ ਕਹਿੰਦੇ ਨੇ ਘੇਰਾ ਪਾਈ ਰੱਖਿਆ। ਇੰਨੀਆਂ ਫੌਜਾਂ ਸਨ, ਜੇ ਇਤਿਹਾਸਕਾਰਾਂ ਨੇ ਇਹ ਵੀ ਕਿਹਾ ਵੀ ਜੇ ਇੱਕ ਇੱਕ ਮੁੱਠ ਮਿੱਟੀ ਦੀ ਭਰ ਕੇ ਆਨੰਦਪੁਰ ਵੱਲੇ ਸੁੱਟਦੇ ਨਾ ਤੇ ਆਨੰਦਪੁਰ ਨੂੰ ਦਬਾ ਦਿੰਦੇ, ਇੰਨੀ ਫੌਜ। ਭਾਵ ਕਹਿਣ ਤੋਂ ਅਣਗਿਣਤ ਫੌਜ। ਥੋੜੇ ਜਿਹੇ ਸਿੱਖ ਜਿਹੜੇ ਅੰਦਰ ਜੂਝ ਰਹੇ ਨੇ, ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਿਆ, ਪਾਣੀ ਪੀਣ ਵਾਸਤੇ, ਅੱਜ ਤੇ ਅਸੀਂ ਨਾਨਾ ਪ੍ਰਕਾਰ ਦੇ ਪਦਾਰਥ ਖਾਂਦੇ ਆ ਨਾ, ਵਾਹਿਗੁਰੂ ਨਹੀਂ ਨਿਕਲਦਾ, ਉਦੋਂ ਪਾਣੀ ਪੀਣ ਵਾਸਤੇ ਵੀ ਭਰਨ ਜਾਣਾ, ਪਾਣੀ ਵੀ ਲਿਆਉਣ ਵਾਸਤੇ ਸ਼ਹਾਦਤ ਦੇਣੀ ਪੈਂਦੀ ਸੀ। 5-4 ਸਿੰਘ ਜਿਹੜੇ ਜੰਗ ਕਰਦੇ ਸਨ ਤੇ 1-2 ਸਿੰਘ ਜਿਹੜੇ ਸਨ ਪਾਣੀ ਭਰਦੇ ਸਨ ਤੇ ਅੰਦਰ ਲੈ ਕੇ ਆਉਂਦੇ ਸਨ, ਕਿਉਂਕਿ 22 ਧਾਰਦਿਆਂ ਰਾਜਿਆਂ ਨੇ ਆਨੰਦਪੁਰ ਜਿਹੜਾ ਸੂਬਾ ਆਉਂਦਾ ਸੀ ਨਾ ਪਾਣੀ ਵਾਲਾ, ਪਹਾੜਾਂ ਦੇ ਵਿੱਚੋਂ ਉਹ ਬੰਦ ਕਰ ਦਿੱਤਾ ਸੀ। ਅੰਦਰ ਪਾਣੀ ਵੀ ਨਹੀਂ, ਰਸਤਾ ਵੀ ਨਹੀਂ ਜਾ ਰਹੀਆਂ, ਉੱਥੇ ਹੀ ਪ੍ਰਸਾਦੀ। ਕਈ ਵਾਰੀ ਅਸੀਂ ਕਹਿੰਦੇ ਆ ਪ੍ਰਸਾਦੀ ਹਾਥੀ ਗੁਰੂ ਸਾਹਿਬ ਜੀ ਦਾ ਕਿੱਥੇ ਗਿਆ ਚਲਾ। ਜੇ ਅੰਦਰ ਛਕਣ ਨੂੰ ਸਿੰਘਾਂ ਦੇ ਕੁਝ ਜਾਣ ਨਹੀਂ ਗਿਆ, ਜਾਇਆ ਨਹੀਂ, ਤੇ ਪੱਠੇ ਤੇ ਦਾਣਾ ਤੇ ਜਿਹੜਾ ਹਾਥੀਆਂ ਘੋੜਿਆਂ ਵਾਸਤੇ ਵੀ ਅੰਦਰ ਕੁਝ ਨਹੀਂ ਗਿਆ, ਪ੍ਰਸਾਦੀ ਹਾਥੀ ਵੀ ਅੰਦਰ ਮਰ ਗਿਆ। ਗੁਰੂ ਸਾਹਿਬ ਜੀ ਦੇ ਸਿੱਖਾਂ ਨੇ, ਸਿੰਘਾਂ ਨੇ ਇਹੋ ਦੇ ਤਸ਼ੱਦਦ ਸਹਿ ਕੇ ਵੀ ਇਹ ਕਿਹਾ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਐਵੇਂ ਗੱਲਾਂ ਕਹੀਆਂ ਨਹੀਂ, ਇਹਨਾਂ ਦੇ ਉੱਤੇ ਪਹਿਰਾ ਦਿੱਤਾ ਹੈ, ਇਹਨਾਂ ਦੇ ਉੱਤੇ ਅਮਲ ਕਰਕੇ ਵਿਖਾਇਆ ਹੈ। ਤੇ ਜਦੋਂ ਗੁਰੂ ਕੇ ਸਿੱਖਾਂ ਨੇ ਇੰਨੀ ਤਸ਼ੱਦਦ, ਇੰਨਾ ਕਹਿਰ ਤੇ ਝੱਲਿਆ, ਤੇ ਇਹਨਾਂ ਦੇ ਕੋਲੋਂ ਇਹਨਾਂ ਨੇ ਪਹਿਲਾਂ ਵਾਰ ਕੀਤੇ ਤਾਂ ਨਾ ਹੋਇਆ, ਫਿਰ ਇਹਨਾਂ ਨੇ ਲਾਲਚ ਦਿੱਤੇ, ਪਾਤਸ਼ਾਹ ਕੋਈ ਧਰਤੀ ਤੁਸੀਂ ਲੈ ਲਓ, ਕਿਸੇ ਧਰਤੀ ਤੇ ਚਲੋ ਜਾਓ। ਪਾਤਸ਼ਾਹ ਉਸ ਲਾਲਚ ਵਿੱਚ ਨਾ ਆਏ। ਤੇ ਤੀਸਰਾ ਇਹਨਾਂ ਨੇ ਹਥਿਆਰ ਪਤਾ ਕਿਹੜਾ ਵਰਤਿਆ ਸੀ? ਪਰਮਾਨੰਦ ਜਿਹੜਾ ਹੈ, ਪ੍ਰੋਤ ਹੈ, ਉਹ ਗਊ ਦੇ ਗਲ ਦੇ ਵਿੱਚ ਚਿੱਠੀ ਪਾ ਕੇ, ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰੱਖ ਕੇ ਲੈ ਕੇ ਜਾਂਦਾ ਹੈ। ਪਾਤਸ਼ਾਹ 22 ਧਾਰਦੇ ਰਾਜਿਆਂ ਵੱਲੋਂ ਇਹ ਸਹੁੰ ਖਾ ਕੇ ਉਹ ਕਹਿੰਦੇ ਨੇ, ਪਾਤਸ਼ਾਹ ਤੁਸੀਂ ਇੱਕ ਵਾਰੀ ਆਨੰਦਪੁਰ ਨੂੰ ਛੱਡ ਦਿਓ, ਰੱਬ ਦਾ ਵਾਸਤਾ ਜੇ, ਸਾਡੀ ਰਹਿ ਬਣ ਆਵੇ, ਤੁਸੀਂ ਆਨੰਦਪੁਰ ਨੂੰ ਛੱਡ ਦਿਓ, ਜਿੱਥੇ ਮਰਜੀ ਵਿਚਰੋ, ਸਭ ਥਾਵਾਂ ਤੁਹਾਡੀਆਂ ਨੇ। ਤੇ ਜਦੋਂ ਗਊ ਦੀ ਕਸਮ ਖਾਧੀ ਨਾ, ਤੇ ਪਾਤਸ਼ਾਹ ਨੇ ਕਿਹਾ ਸੀ, ਭਾਈ ਦਾਨ ਸਿੰਘ, ਮਾਤਾ ਗੁਜਰ ਕੌਰ, ਹੋਰ ਸਿੱਖ ਨਿਕਟ ਵਰਤੀ ਕੋਲ ਨੇ, ਕਿਹਾ ਪਾਤਸ਼ਾਹ ਨੇ ਵੀ ਇਹਨਾਂ ਨੇ ਇਹ ਵੇਖੋ, ਇਹਨਾਂ ਦੀ ਈਮਾਨ ਵੇਖਿਆ ਜੇ, ਇਹਨਾਂ ਦਾ ਜਿਹੜਾ ਧਰਮ ਵੇਖਿਆ ਜੇ। ਤੇ ਪਾਤਸ਼ਾਹ ਨੇ ਕਿਹਾ ਵੀ ਇਹਨਾਂ ਨੇ ਸਹੁੰ ਖਾਧੀ ਹੈ। ਤੇ ਪਾਤਸ਼ਾਹ ਕਹਿੰਦੇ ਡੰਗਰ ਦੀ, ਪਸ਼ੂ ਦੀ, ਗਊ ਦੀ ਸਹੁੰ ਅਸੀਂ ਤੇ ਗਊ ਦੀ ਸਹੁੰ ਨੂੰ ਕੀ ਜਾਣੀਏ, ਇਹਨਾਂ ਨੇ ਗਊ ਦੀ ਸਹੁੰ ਖਾਧੀ ਹੈ, ਕੀ ਜਾਣੀਏ ਗਊ ਦੀ ਸਹੁੰ ਨੂੰ। ਤੇ ਪਾਤਸ਼ਾਹ ਨੇ ਕਿਹਾ ਭਾਈ ਦਾਨ ਸਿੰਘ, ਨਜ਼ਾਰਾ ਵੇਖਣਾ ਹੈ,
ਸਿੱਖਾਂ ਨੂੰ ਕਹਿਣ ਲੱਗੇ ਇਹਨਾਂ ਦੇ ਕਸਮ ਨਹੀਂ ਵੇਖਣਾ ਹੈ। ਪਾਤਸ਼ਾਹ ਕਹਿੰਦੇ ਵਿਖਾਓ। ਸਿੱਖ ਕਹਿਣ ਲੱਗੇ ਸਤਿਗੁਰੂ ਜੀ ਦਰਸਾਓ। ਤੇ ਪਾਤਸ਼ਾਹ ਨੇ ਕਿਹਾ ਗੱਡਿਆਂ ਦੇ ਉੱਤੇ ਕੁਛ ਕੂੜ ਕਬਾੜ, ਕੁਛ ਖੋਤਿਆਂ ਦੇ ਉੱਤੇ ਲੱਤ ਦਿਓ, ਮਸਾਲਾ ਬੰਨ੍ਹ ਦਿਓ। ਤੇ ਪੰਮੇ ਪ੍ਰੋਹਤ ਨੂੰ ਕਹਿ ਦਿੱਤਾ ਅਸੀਂ ਅੱਧੀ ਰਾਤ ਨੂੰ ਆਨੰਦਪੁਰ ਖਾਲੀ ਕਰ ਦਿਆਂਗੇ, ਅੱਧੀ ਰਾਤ ਨੂੰ ਅਸੀਂ ਆਨੰਦਪੁਰ ਛੱਡ ਦਿਆਂਗੇ। ਅੱਧੀ ਰਾਤ ਨੂੰ ਕਹਿ ਕੇ ਜਦੋਂ ਮੇਰੇ ਪਾਤਸ਼ਾਹ ਨੇ ਇਹ ਗੱਲ ਕੀਤੀ ਕਿ ਗੱਡਿਆਂ ਦੇ ਉੱਤੇ ਕੁਝ ਕੂੜ ਕਬਾੜ ਸਮਾਨ ਵਾਧੂ ਘਾਟੂ ਜਿਹੜਾ ਉਹ ਅਤੇ ਖੋਤਿਆਂ ਉੱਤੇ ਲੱਦ ਕੇ ਤੇ ਮਸ਼ਾਲਾਂ ਬੰਨ੍ਹ ਦਿੱਤੀਆਂ। ਕੋਈ ਉਹਨਾਂ ਨੂੰ ਚਲਾਉਣ ਵਾਲਾ ਨਹੀਂ ਸੀ, ਉਹਨਾਂ ਨੂੰ ਘੋੜਿਆਂ ਹਾਥੀਆਂ ਨੂੰ ਖੇਕਣ ਵਾਲਾ ਨਹੀਂ ਸੀ। ਸਿਰਫ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ। 22 ਧੜ ਦੇ ਰਾਜਿਆਂ ਨੂੰ ਪਤਾ ਲੱਗਾ ਵੀ ਮਾਲ ਸਬਾਬ ਗੁਰੂ ਸਾਹਿਬ ਦਾ ਖਜ਼ਾਨਾ ਜਾ ਰਿਹਾ ਹੈ। ਉਸੇ ਵੇਲੇ ਹਮਲਾਵਰ ਹਮਲਾ ਕਰ ਦਿੱਤਾ ਤੇ ਭਾਈ ਦਾਨ ਸਿੰਘ ਨੂੰ ਪਾਤਸ਼ਾਹ ਆਨੰਦਪੁਰ ਦੇ ਉਸ ਕਿਲੇ ਦੇ ਉੱਤੋਂ, ਆਨੰਦਗੜ੍ਹ, ਵਾਹਿਗੁਰੂ ਉਸ ਆਨੰਦਗੜ੍ਹ ਕਿਲਾ, ਉਸ ਕਿਲੇ ਦੇ ਉੱਤੋਂ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਦਾਨ ਸਿੰਘ ਵੇਖ ਇਹਨਾਂ ਦਾ ਈਮਾਨ, ਵੇਖ ਇਹਨਾਂ ਦੀਆਂ ਸੌਵਾਂ, ਇਹ ਸਿੱਕੇ ਤੇ ਟੰਗ ਕੇ ਵੇਖ ਸੌਵਾਂ ਖਾ ਕੇ ਇਹ ਕੀ ਕਰ ਰਹੇ ਨੇ। ਮੇਰੇ ਪਾਤਸ਼ਾਹ ਇਹਨਾਂ ਨੇ ਇਹ ਜਦੋਂ ਨਜ਼ਾਰਾ ਵੇਖਿਆ, ਸਿੱਖਾਂ ਨੇ ਰਹਿ ਕੇ ਭੁੱਖ ਸਹਾਰ ਕੇ, ਅਸੀਂ ਤੇ ਬਦਾਵੇ ਦੀ ਗੱਲ ਕਹਿ ਕੇ ਐਵੇਂ ਗੱਲ ਕਹਿ ਦਿੰਦੇ ਆ ਵੀ ਸਿੱਖ ਜਦੋਂ ਭੁੱਖੇ ਸਨ ਉਹਨਾਂ ਨੇ ਬਦਾਵਾ ਲਿਖ ਦਿੱਤਾ, ਬਦਾਵੀਏ ਸਨ। ਉਹ ਗੁਰੂ ਪਿਆਰਿਓ ਜਿਹੜੇ ਸਿੱਖ ਉਹ ਨੇ ਜਿਹੜੇ ਬੰਦ ਵੀ ਘਟਾ ਰਹੇ ਨੇ, ਖੋਪੜੀ ਵੀ ਲਵਾ ਰਹੇ ਨੇ, ਆਰੇ ਨਾਲ ਚਰਾਏ ਵੀ ਜਾ ਰਹੇ ਨੇ, ਗੁਰੂ ਤੋਂ ਮੁੱਖ ਨਹੀਂ ਮੋੜ ਰਹੇ। ਅਸੀਂ ਉਹਨਾਂ ਦੀ ਤੇ ਗੱਲ ਕਰਦੇ ਹੀ ਨਹੀਂ। ਜਿਹੜਾ ਗੁਰੂ ਦਾ ਸਿੱਖ ਹੈ ਉਹ ਤਾਂ ਗੁਰੂ ਤੋਂ ਕਦੀ ਕੰਢ ਦਿੰਦਾ ਹੀ ਨਹੀਂ। ਮੇਰੇ ਪਾਤਸ਼ਾਹ ਨੇ ਜਦੋਂ ਇਹ ਸਾਰਾ ਨਜ਼ਾਰਾ ਵੇਖਿਆ, ਇੱਕ ਹੋਰ ਗੱਲ ਕਹਿ ਦੇ, ਜੇ ਕਿਤੇ ਗੁਰੂ ਸਾਹਿਬ ਜੀ ਇਹਨਾਂ ਦੀ ਸਹੁੰ ਖਾਧੀ ਤੇ ਇਹ ਕੁਝ ਨਾ ਕਰਦੇ ਤੇ ਸ਼ਾਇਦ ਸਾਨੂੰ ਅੱਜ ਤੱਕ ਪਤਾ ਨਾ ਲੱਗਦਾ। ਜਦੋਂ ਦੂਸਰਾ ਇੱਕ ਵਾਕਿਆ ਹੋਰ ਵਰਤਿਆ ਔਰੰਗਜ਼ੇਬ ਵੱਲੋਂ, ਉਸ ਦੇ ਕਾਸਦ ਵੱਲੋਂ, ਉਸ ਦੇ ਗਵਰਨਰ ਵੱਲੋਂ ਇੱਕ ਕੁਰਾਨ ਸ਼ਰੀਫ ਮੁਕੱਦਰ, ਕੁਰਾਨ ਸ਼ਰੀਫ ਜਿਹੜੀ ਹੈ ਨਾ ਉਹਦੇ ਖੱਬੇ ਪਾਸਿਓਂ ਲਿਖਿਆ ਹੋਇਆ ਇੱਕ, ਗੁਰੂ ਸਾਹਿਬ ਜੀ ਨੇ ਆਪ ਵੀ ਆਪਣੇ ਜ਼ਫਰਨਾਮੇ ਵਿੱਚ ਵੀ ਇਸ ਨੂੰ ਦਰਜ ਕੀਤਾ ਹੈ। ਜਦੋਂ ਇਹ ਵੀ ਨਾ ਕੁਝ ਹੋਇਆ ਤੇ ਕਹਿੰਦਾ ਕਹਿ ਤਸ਼ਰੀਫ ਦਰ ਕਸਬਹਿ ਕਾਂਗੜ ਕੁਨਤ ਵਜਾ ਪਸ ਮੁਲਾਕਾਤ ਬਹਿ ਸ਼ਬਦ। ਹੁਣ ਇਸ ਫਾਰਸੀ ਦਾ ਅਲਫਾਜ਼ ਹੈ, ਇਹਦੇ ਅਰਥ ਇਹ ਨੇ ਕਿ ਔਰੰਗਜ਼ੇਬ ਨੇ ਆਪਣੇ ਕਾਸਦ ਦੇ ਹੱਥ ਵਿੱਚ ਇੱਕ ਕੁਰਾਨ ਭੇਜੀ, ਉਹਦੇ ਕਿਉਂਕਿ ਕੁਰਾਨ ਮੁਕੱਦਸ ਕੁਰਾਨ ਜਿਹੜੀ ਹੈ ਸੱਜੇ ਪਾਸੋਂ ਸ਼ੁਰੂ ਹੁੰਦੀ ਹੈ ਤੇ ਉਹਦੇ ਖੱਬੇ ਪਾਸੇ ਇਹ ਜਿਹੜੇ ਬੋਲ ਮੈਂ ਫਾਰਸੀ ਦੇ ਬੋਲੇ ਨੇ ਆਪ ਨਾਲ ਸਾਂਝੇ ਕੀਤੇ ਨੇ, ਲਿਖੇ ਹੋਏ ਨੇ। ਇਹਦਾ ਮਤਲਬ ਇਹ ਸੀ ਕਿ ਔਰੰਗਜ਼ੇਬ ਨੇ ਕਿਹਾ ਮੈਂ ਕੁਰਾਨ ਤੇ ਲਿਖਤੀ ਰੂਪ ਵਿੱਚ ਸਹੁੰ ਖਾਨਾ ਵਾਂ, ਪਾਤਸ਼ਾਹ ਤੁਸੀਂ ਕਾਂਗੜ ਦੇਸ਼ ਵੱਲੇ ਆ ਜਾਓ, ਜੋ ਤੁਸੀਂ ਜਿਹੜੇ ਮੁੱਦੇ ਉਠਾਏ ਨੇ ਉਹਨਾਂ ਮੁੱਦਿਆਂ ਦੇ ਉੱਤੇ ਮੈਂ ਹਮਦਰਦੀ ਦੇ ਨਾਲ ਖਿਆਲ ਕਰਾਂਗਾ। ਜਿਹੜੇ ਤੁਸੀਂ ਮੁੱਦੇ ਰੱਖੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਮੈਂ ਹਮਦਰਦੀ ਦੇ ਨਾਲ ਖਿਆਲ ਕਰਾਂਗਾ, ਹਮਦਰਦੀ ਨਾਲ ਉਹਨਾਂ ਨੂੰ ਮੈਂ ਵੇਖਾਂਗਾ। ਤੁਸੀਂ ਆਓ ਆਪਾਂ ਇਸ ਕਾਂਗੜ ਦੇਸ਼ ਵੱਲੇ ਆ ਜਾਓ। ਮੇਰੇ ਪਾਤਸ਼ਾਹ ਨੇ ਜਦੋਂ ਇਸ ਕੁਰਾਨ ਸ਼ਰੀਫ ਦੇ ਉੱਤੇ ਖਾਦੀ ਸਹੁੰ ਲਿਖੀ ਹੋਈ ਰਿਟਨ ਦੇ ਵਿੱਚ, ਪਾਤਸ਼ਾਹ ਨੇ ਜੇ ਇੱਕ ਧਿਆਨ ਦਿਆ ਜੇ ਇਹਨਾਂ ਦੀ ਸਹੁੰ ਖਾ ਕੇ ਤੇ ਜੇ ਕਦੇ ਪਾਤਸ਼ਾਹ ਆਨੰਦਪੁਰ ਨਾ ਛੱਡਦੇ, ਖਾਲੀ ਕਰਦੇ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਹੋਣਾ। ਤੁਸੀਂ ਕਹੋਗੇ ਕਿਵੇਂ? ਜਿਹੜੇ ਅੱਜ ਦੇ ਸਾਡੇ ਵਿੱਚ ਬਹਿ ਕੇ ਕਹਿੰਦੇ ਨੇ ਨਾ ਵੀ ਆਹ ਕੁਝ ਨਾ ਹੁੰਦਾ, ਕਈ ਵਾਰੀ ਅਸੀਂ ਹੁਣ ਇਹ ਵੀ ਕਹਿ ਦਿੰਦੇ ਨੇ ਵੀ ਬਾਬਾ ਜਰਨੈਲ ਸਿੰਘ ਸੰਤ ਜੇ ਦਰਬਾਰ ਸਾਹਿਬ ਵਿੱਚ ਨਾ ਬਹਿੰਦੇ ਤੇ ਇੰਨਾ ਕੁਝ ਨਹੀਂ ਸੀ ਹੋਣਾ, 84 ਨਹੀਂ ਸੀ ਵਾਪਰਨੀ, ਦਰਬਾਰ ਸਾਹਿਬ ਦੀ ਅਟੈਕ ਨਹੀਂ ਸੀ ਹੋਣਾ। ਜੇ ਇਹ ਕੁਝ ਨਾ ਕਰਦੇ, ਉਹ ਛੱਡ ਕੇ ਬਾਹਰ ਆ ਜਾਂਦੇ ਤੇ ਇੰਨੀ ਦੁਨੀਆ ਨਹੀਂ ਸੀ ਮਰਨੀ। ਅਸੀਂ ਕਹਿੰਦੇ ਆ ਨਾ, ਠੀਕ, ਇਹ ਸਾਡੇ ਅੰਦਰ ਹੁਣ ਵੀ ਸਾਨੂੰ ਇਹ ਵਲਵਲੇ ਸਾਡੇ ਅੰਦਰ ਉੱਠਦੇ ਰਹਿੰਦੇ ਨੇ ਤੇ ਸਾਨੂੰ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਕਮਜ਼ੋਰ ਬਣਾਉਣ ਲਈ, ਆਪਣੇ ਆਪ ਨੂੰ ਗੁਨਾਹ ਜਿਹੜਾ ਹੈ ਨਾ ਗੁਨਾਹਾਂ ਨੂੰ ਕਬੂਲ ਕਰਨ ਵਾਸਤੇ ਹੁਣ ਵੀ ਸਾਨੂੰ ਕਿਹਾ ਜਾਂਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੈਂ ਗੱਲ ਕਰ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੇ ਤੁਸੀਂ ਆਨੰਦਪੁਰ ਨੂੰ ਨਾ ਖਾਲੀ ਕਰਦੇ ਤੇ ਇਹਨਾਂ ਨੇ ਪਤਾ ਕੀ ਕਹਿਣਾ ਸੀ। ਆ ਜਿਹੜੇ ਹੁਣ ਦੇ ਬੋਲਣ ਵਾਲੇ ਨੇ, ਜੇ ਗੁਰੂ ਸਾਹਿਬ ਜੀ ਆਨੰਦਪੁਰ ਨੂੰ ਨਾ ਖਾਲੀ ਕਰਦੇ ਤੇ ਗੁਰੂ ਸਾਹਿਬ ਜੀ ਦੇ 2 ਸਾਹਿਬਜ਼ਾਦੇ ਨਾ ਨੀਹਾਂ ਵਿੱਚ ਚਿਣੇ ਜਾਂਦੇ ਤੇ ਨਾ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ।
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਸੀਂ ਆਨੰਦਪੁਰ ਨੂੰ ਨਾ ਖਾਲੀ ਕਰਦੇ ਤੇ ਤੁਹਾਡੇ ਜਿਹੜੇ ਪਰਿਵਾਰ ਹੈ ਸਰਸਾ ਨਦੀ ਤੇ ਵਿਛੋੜਾ ਨਾ ਪੈਂਦਾ। ਤੁਹਾਡੇ ਮਾਤਾ ਕਿੱਧਰ ਤੇ ਤੁਹਾਡੇ ਮਹਿਲ ਕਿੱਧਰ ਨਾ ਜਾਂਦੇ। ਜੇ ਤੁਸੀਂ ਆਨੰਦਪੁਰ ਨਾ ਖਾਲੀ ਕਰਦੇ ਤੇ ਤੁਹਾਨੂੰ ਇਹ ਆਨੰਦਪੁਰ ਛੱਡ ਕੇ ਕਾਂਗੜ ਦੇਸ਼ ਵੱਲ ਨਾ ਜਾਣਾ ਪੈਂਦਾ। ਗੱਲ ਇੱਥੇ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਤੇ ਗੁਰੂ ਸਾਹਿਬ ਜੀ ਨੇ ਇਸ ਜਵਾਬ ਨੂੰ ਦੇਣ ਵਾਸਤੇ ਆਨੰਦਪੁਰ ਖਾਲੀ ਕੀਤਾ ਸੀ ਕਿ ਵੇਖਿਆ ਜੇ ਆਉਣ ਵਾਲੀਆਂ ਲਿਖਤਾਂ ਦੇ ਵਿੱਚ ਦੋਵੇਂ ਧਿਰਾਂ, ਜਿਹੜੀ ਬ੍ਰਾਹਮਣੀ ਸੋਚ ਹੈ ਤੇ ਜਿਹੜੀ ਔਰੰਗਜ਼ੇਬ ਦੀ ਸੋਚ ਹੈ, ਕੁਰਾਨ ਉੱਤੇ ਲਿਖਤੀ ਰੂਪ ਵਿੱਚ ਸਹੁੰ ਖਾ ਕੇ ਜਿਹੜਾ ਫਿਰ ਹਮਲਾਵਰ ਬਣ ਕੇ ਆਪਣੀਆਂ ਅਣਗਿਣਤ ਫੌਜਾਂ ਭੁੱਜ ਕੇ ਜਦੋਂ ਜਿੱਥੇ ਪਰਿਵਾਰ ਵਿਛੋੜਾ ਹੈ ਉੱਥੇ ਘੇਰਾ ਪਾ ਲੈਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹਿ ਕੇ ਉਸੇ ਪਰਿਵਾਰ ਵਿਛੋੜੇ ਵਾਲੇ ਥਾਂ ਤੇ ਫਿਰ ਵੀ ਆਸਾ ਕੀ ਵਾਰ ਦਾ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਪੇ ਸੁਣਦੇ ਹੁੰਦੇ ਨੇ। ਦੁੱਖ ਵਿੱਚ ਸੂਖ ਮਨਾਈ ਤੇ ਅੰਦਿਆਂ ਜੇ ਮੈਂ ਤੁਕ ਇਹ ਲਈ ਹੈ ਕਰਕੇ ਓਏ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲਿਹਾਰਿਆ ਜਾ। ਜਿਹੜੇ ਨਾਉ ਲੈਂਦੇ ਨੇ ਸਮਾਈ ਕਿਵੇਂ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ। ਤੇ ਜੇ ਆਨੰਦਪੁਰ ਨੂੰ ਛੱਡ ਕੇ ਸਰਸਾ ਨਦੀ ਤੇ 500 ਦਾ ਵਹੀਰ ਨਿਕਲਦਾ ਹੈ, 100 ਦੀਆਂ ਟੁਕੜੀਆਂ ਬਣਾਈਆਂ ਸ਼ਹੀਦ ਹੋ ਜਾਂਦੀਆਂ ਨੇ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਦਿੱਲੀ ਵੱਲ ਤੁਰ ਜਾਂਦੇ ਨੇ। ਆਪ 40 ਤੋਂ ਲੈ ਕੇ ਇਤਿਹਾਸਕਾਰਾਂ ਨੇ 45 ਤੱਕ ਕਿਹਾ ਹੈ। ਇਹ ਸਰਸਾ ਨਦੀ ਨੂੰ ਪਾਰ ਕਰਕੇ ਜਦੋਂ ਅੱਗੇ ਜਾਂਦੇ ਨੇ ਨਾ, ਰਾਏ ਜਗਤ ਸਿੰਘ ਦਾ ਬਾਗ ਹੈ ਰਾਏ। ਤੇ ਜਿਹੜਾ ਜਗਤ ਸਿੰਘ ਦਾ ਅੱਜ ਤੇ ਅਸੀਂ ਐਵੇਂ ਕਹਿ ਦਿੰਦੇ ਨਾ ਵੀ ਜਾ ਕੇ ਕਿਸੇ ਦੇ ਘਰ ਵੜ ਕੇ ਜਾ ਕੇ, ਨਹੀਂ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਹਿਲਾਂ ਬਾਗ ਵਿੱਚ ਜਾ ਕੇ ਬੈਠੇ ਨੇ। ਜਦੋਂ ਉੱਥੇ ਜਾਓਗੇ ਚਮਕੌਰ, ਤੁਸੀਂ ਚਮਕੌਰ ਦੀ ਜਿਹੜੀ ਗੜੀ ਹੈ ਉੱਥੇ ਜਾਓਗੇ ਦੀਦਾਰ ਕਰਨ ਵਾਸਤੇ, ਜਿੱਥੇ ਸਤਿਗੁਰੂ ਜੀ ਜਾ ਕੇ ਪਹਿਲਾਂ ਸਰਸਾ ਨਦੀ ਨੂੰ ਪਾਰ ਕਰਕੇ ਇੱਕ ਬਾਗ ਵਿੱਚ ਬੈਠੇ ਨੇ। ਉੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਹੈ। ਬਿਲਕੁਲ ਇਤਿਹਾਸ ਇਹ ਕਹਿੰਦਾ ਹੈ। ਤੇ ਇਸ ਰਾਏ ਜਿਹੜਾ ਜਗਤ ਸਿੰਘ ਹੈ ਨਾ, ਰਾਏ ਜਗਤ ਸਿੰਘ, ਇਸ ਦੇ ਬਾਗ ਵਿੱਚ ਬੈਠੇ ਨੇ। ਇੱਥੇ ਬੈਠ ਕੇ ਮੇਰੇ ਪਾਤਸ਼ਾਹ ਨੇ ਬੁੱਧੀ ਚੰਦ ਰਾਵਤ ਹੈ ਜਿਹਦੀ ਕੱਚੀ ਗੜੀ ਹੈ, ਕੱਚੀ ਗੜੀ ਤੋਂ ਭਾਵ ਹੈ ਕੱਚੀਆਂ ਕੰਧਾਂ ਸਨ। ਪੱਕੇ ਜਿਹੜੇ ਕਿਲੇ ਨੇ ਨਾ ਉਹ ਵੀ ਉਹਨੂੰ ਅੱਜ ਪੱਕੇ ਕਿਲੇ ਬੜੇ ਨੇ ਸਾਡੇ ਭਾਰਤ ਵਿੱਚ ਵੀ ਥਾਂ ਤੇ ਨੇ। ਅੱਜ ਕੋਈ ਨਹੀਂ ਜਾਣਦਾ ਉਹਨਾਂ ਪੱਕਿਆਂ ਕਿਲਿਆਂ ਨੂੰ, ਪਰ ਕੱਚੀ ਗੜੀ ਦਾ ਭਾਰੇ ਸਾਰੇ ਬ੍ਰਹਮੰਡ ਦੇ ਵਿੱਚ ਪਤਾ ਹੈ ਵੀ ਕੱਚੀ ਗੜੀ ਚਮਕੌਰ ਦੇ ਵਿੱਚ ਹੈ। ਜਦੋਂ ਉਸ ਬੁੱਧੀ ਚੰਦ ਰਾਵਤ ਦੇ ਘਰ ਭਾਈ ਮੋਹਕਮ ਸਿੰਘ, ਪਿਆਰੇ ਮੋਹਕਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਭੇਜਿਆ। ਜਦੋਂ ਪਿਆਰੇ ਮੋਹਕਮ ਸਿੰਘ ਗਏ ਨੇ ਤੇ ਬੁੱਧੀ ਚੰਦ ਰਾਵਤ ਨੂੰ, ਇਸ ਦਾ ਭਰਾ ਹੈ ਇੱਕ ਘਰੀਬੂ, ਇਸ ਨੂੰ ਜਾ ਕੇ ਦੱਸਿਆ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਨੇ। ਤੇ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਹਿਲਾਂ ਵੀ ਇਸ ਪਾਸੇ ਆਪਣੇ ਚਰਨ ਪਾਏ ਹੋਏ ਸਨ। ਇਸ ਇਲਾਕੇ ਤੋਂ ਸਤਿਗੁਰੂ ਜੀ ਪਹਿਲਾਂ ਵੀ ਜਾਣੂ ਸਨ। ਜਦੋਂ ਪਾਤਸ਼ਾਹ ਦੇ ਪਰਥਾਏ ਪਤਾ ਲੱਗਿਆ, ਬੁੱਧੀ ਚੰਦ ਰਾਵਤ ਜਿਹੜਾ ਹੈ ਨਾ, ਉਸ ਨੇ ਆਓ ਭਗਤ ਕੀਤੀ। ਪਾਤਸ਼ਾਹ ਆਏ ਹੋ, ਭਾਗ ਲਾਓ, ਇਸ ਕੱਚੀ ਗੜੀ ਵਿੱਚ ਆਪਣੇ ਚਰਨ ਪਾਓ। ਤਾਂ ਮੇਰੇ ਪਾਤਸ਼ਾਹ ਉਸ ਕੱਚੀ ਗੜੀ ਵਿੱਚ ਗਏ ਨੇ। ਐਵੇਂ ਨਹੀਂ, ਬੇਹਥਿਆਰਬੰਦ ਨਾਲ ਸਿੰਘ ਸਨ ਤੇ ਸਤਿਗੁਰੂ ਜੀ ਨੇ ਜਾ ਕੇ ਕਿਸੇ ਦੇ ਘਰ ਦੇ ਉੱਤੇ ਹਮਲਾਵਰ ਬਣ ਕੇ ਹਮਲਾ ਕਰਕੇ ਤੇ ਉੱਥੇ ਆਪਣਾ ਯੁੱਧ ਕਰਨ ਦੀ ਜਿਹੜੀ ਸਾਰੀ ਨੀਤੀ ਬਣਾਈ। ਨੋ ਜੀ, ਇਹ ਗੱਲ ਨਹੀਂ। ਉੱਥੇ ਗਏ ਨੇ, ਪਹਿਲਾਂ ਭਾਈ ਮੋਹਕਮ ਚੰਦ ਨੂੰ ਭੇਜਿਆ ਪਾਤਸ਼ਾਹ, ਫਿਰ ਉਸ ਕੱਚੀ ਗੜੀ ਵਿੱਚ ਗਏ ਨੇ। ਤੇ ਮੈਂ ਇਸ ਕੱਚੀ ਗੜੀ ਦਾ ਨਾਂ ਲੈ ਕੇ ਮੈਂ ਇਹ ਗੱਲ ਕਹਿ ਰਿਹਾ ਸੀ, ਜੇ ਚਮਕੌਰ ਦੀ ਇਹ ਕੱਚੀਏ ਗੜੀਏ ਤੂੰ ਨਾ ਹੁੰਦੀ ਤੇ ਸਰਹੰਦ ਦੀ ਇੱਟ ਨਾਲ ਇੱਟ ਨਹੀਂ ਸੀ ਖੜਕਣੀ। ਜੇ ਚਮਕੌਰ ਦੀ ਇਹ ਗੜੀਏ ਕੱਚੀਏ ਤੂੰ ਨਾ ਹੁੰਦੀ ਤੇ ਗੁਰਦਾਸ ਨੰਗਲ ਦੀ ਗੜੀ ਨਹੀਂ ਸੀ ਹੋਣੀ। ਜੇ ਕੱਚੀਏ ਗੜੀਏ ਤੂੰ ਨਾ ਹੁੰਦੀ ਤੇ ਐਡਾ ਵੱਡਾ ਅੱਜ ਇਤਿਹਾਸ ਨਹੀਂ ਸੀ ਰਚਿਆ ਜਾਣਾ, ਤੇ ਖਾਲਸੇ ਦਾ ਝੰਡਾ ਨਹੀਂ ਸੀ ਝੂਲਣਾ, ਤੇ ਜਿਹੜਾ ਦੇਖ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ, ਇਹ ਸਿੱਕਾ ਨਹੀਂ ਸੀ ਚੱਲਣਾ। ਕੱਚੀਏ ਗੜੀਏ ਇਹ ਸਾਰਾ ਕੁਝ ਤੇਰੀ ਇਸ ਕੱਚੀ ਗੜੀ ਤੋਂ ਹੀ ਇਹ ਰਾਜ ਦਾ ਜਿਹੜਾ ਹੈ ਡੰਕਾ ਵੱਜਿਆ ਹੈ। ਇਸ ਕੱਚੀ ਗੜੀ ਤੋਂ ਜਾਣ ਤੋਂ ਪਹਿਲਾਂ ਮੇਰੇ ਪਾਤਸ਼ਾਹ ਨੇ ਬੁੱਧੀ ਚੰਦ ਰਾਵਤ ਨੂੰ
ਪੁੱਛਿਆ। ਰਾਵਤ ਬੁੱਧੀ ਚੰਦ ਨੇ ਗੁਰੂ ਸਾਹਿਬ ਜੀ ਨੂੰ ਆਉਣ ਵਾਸਤੇ ਬੇਨਤੀ ਕੀਤੀ। ਪਾਤਸ਼ਾਹ ਉੱਥੇ ਪਹੁੰਚੇ ਨੇ। ਜਦੋਂ ਉਸ ਕੱਚੀ ਗੜੀ ਵਿੱਚ ਪਾਤਸ਼ਾਹ ਪਹੁੰਚੇ ਨੇ, ਮੇਰੇ ਪਾਤਸ਼ਾਹ ਕਵੀ ਨੇ ਬਹੁਤ ਸੋਹਣਾ ਲਿਖਿਆ। ਉਹ ਬੜੇ ਹੀ ਅਲਫਾਜ਼ ਉਸਨੇ ਬੜੇ ਸੋਹਣੇ ਵਰਤੇ ਨੇ। ਕਹਿੰਦਾ ਹੈ, ਮੇਰੇ ਪਾਤਸ਼ਾਹ ਕੁਝ ਸਿੰਘਾਂ ਨਾਲ 40 ਤੋਂ ਲੈ ਕੇ ਮੈਂ ਫਿਰ ਕਵਾਂ ਲਕੀਰ ਦੇ ਕਦੀ ਫਕੀਰ ਨਾ ਹੋਇਆ ਕਰੋ। ਇੱਥੇ ਹੀ ਨਾ ਅਸੀਂ ਅੜੇ ਰਹੀਏ ਵੀ 40 ਸਨ ਜਾਂ 42 ਸਨ ਜਾਂ 43 ਸਨ। ਕਿਸੇ ਨੇ ਲਿਖਾਰੀ ਨੇ 45 ਲਿਖੇ ਨੇ ਬਈ ਗੁਰੂ ਸਾਹਿਬ ਜੀ ਦੇ 40 ਸਿੱਖ, ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ 2 ਤੇ 2 ਸਾਹਿਬਾਂ ਦੇ ਸਾਹਿਬਜ਼ਾਦੇ ਤੇ ਪਾਤਸ਼ਾਹ ਪੰਜਵੇਂ ਆਪ 45 ਬਣਾ ਦਿੱਤੇ। ਕਈਆਂ ਨੇ ਗੁਰੂ ਸਾਹਿਬ ਜੀ ਨੂੰ ਨਾਲ ਸ਼ਾਮਲ ਕਰਕੇ 2 ਸਾਹਿਬਜ਼ਾਦੇ ਤੇ ਉਧਰ 40 ਕਹਿ ਕੇ 41 ਬਣਾਇਆ, ਕਿਸੇ ਨੇ 42। ਮੈਂ ਇਸ ਪਾਸੇ ਆਪਾਂ ਨਹੀਂ ਜਾਣਾ, ਆਪਾਂ ਇਤਿਹਾਸ ਲੈਣਾ ਹੈ। ਸਾਨੂੰ ਇਹਦੇ ਕੋਲੋਂ ਸੇਧ ਕੀ ਲੈਣੀ ਹੈ? ਅਸੀਂ ਕਈ ਵਾਰੀ ਲਕੀਰਾਂ ਦੇ ਫਕੀਰ ਹੋ ਜਾਂਦੇ ਹਾਂ ਵੀ ਫਲਾਣੇ ਨੇ ਤੇ ਇੰਨਾ ਦੱਸਿਆ ਸੀ, ਇਹਨੇ ਇੰਨੇ ਕਿਉਂ ਦੱਸ ਦਿੱਤੇ। ਕਿਉਂਕਿ ਨਾ ਆਪਾਂ ਉਦੋਂ ਜੰਮੇ ਸੀ, ਨਾ ਆਪਾਂ ਕੌਣ ਸੀ। ਜਿਨ ਕੇ ਆਪਾਂ ਪਿਤਾ ਕੇ ਜਨਮ ਕੇ ਜਾਣੇ ਪੂਤ। ਸਿੱਧੀ ਜੀ ਗੱਲ ਹੈ, ਜਦੋਂ ਪਿਤਾ ਦੇ ਜਨਮ ਦੇ ਪਰਥਾਏ ਕੋਈ ਦੱਸ ਸਕਦਾ ਵੀ ਮੇਰੇ ਪਿਤਾ ਦਾ ਜਨਮ ਜਦੋਂ ਹੋਇਆ ਉਹਦੇ ਵਾਤਾਵਰਣ ਕਿਵੇਂ ਜਿਹਾ ਸੀ, ਉਦੋਂ ਮਾਹੌਲ ਕਿਵੇਂ ਜਿਹਾ ਸੀ, ਉਹ ਕਿਹੜੀ ਦਾਈ ਸੀ ਤੇ ਕਿਵੇਂ ਜੇ ਲੋਕ ਉਦੋਂ ਆਏ ਸਨ ਤੇ ਉਹ ਲੋਕ ਕਿੰਨੇ, ਸਾਨੂੰ ਬਹੁਤਿਆਂ ਨੂੰ ਨਹੀਂ ਇਹ ਪਤਾ ਸੀ। ਹਾਂ, ਉਹਦੇ ਗੁਣ ਗਾ ਸਕਦੇ ਆ ਜਿਵੇਂ ਇਤਿਹਾਸਕਾਰਾਂ ਨੇ ਲਿਖਿਆ, ਦੱਸ ਸਕਦੇ ਆ, ਪਰ ਪੂਰਾ ਨਹੀਂ ਦੱਸ ਸਕਦੇ, ਉਹਦੇ ਪੂਰਾ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ। ਜਦੋਂ ਮੇਰੇ ਪਾਤਸ਼ਾਹ ਉਸ ਗੜੀ ਵਿੱਚ ਗਏ ਨੇ ਤੇ ਮੇਰੇ ਪਾਤਸ਼ਾਹ ਗੜੀ ਵਿੱਚ ਜਾ ਕੇ ਸਿੱਖ ਸੇਵਕ ਕੋਲ ਨੇ ਤੇ ਉਸ ਗੜੀ ਵਿੱਚ ਪਾਤਸ਼ਾਹ ਕੀ ਕਹਿੰਦੇ ਨੇ? ਕਵੀ ਦਾ ਇੱਕ ਖਿਆਲ ਹੈ, ਉਹਦਾ ਫੁਰਨਾ ਹੈ। ਕਹਿੰਦੇ ਨੇ, ਜਿਸ ਖਿੱਤੇ ਮੇਂ ਹਮ ਕਹਤੇ ਥੇ ਆਨਾ ਜੇ ਵੋਈ ਹੈ। ਖਿੱਤਾ ਕਹਿੰਦੇ ਨੇ ਥਾਂ ਨੂੰ, ਆਪਣੇ ਸਿੱਖਾਂ ਸੇਵਕਾਂ ਨੂੰ, ਸੈਨਿਕਾਂ ਨੂੰ ਕਹਿੰਦੇ ਨੇ, ਪਿਆਰਿਓ ਜਿੱਥੇ ਮੈਂ ਕਦੀ ਕਦੀ ਤੁਹਾਨੂੰ ਕਿਹਾ ਕਰਦਾ ਸੀ ਨਾ, ਜਿਸ ਖਿੱਤੇ ਮੇਂ ਹਮ ਆਨਾ ये वही है, जहां पे कल बच्चों का कटाना ये वही है। जिथे कल मैं अपने प्यारे ਅਤੇ ਆਪਣੇ ਬੱਚੇ ਪਿਆਰੇ ਜਿਹੜੇ ਗੁਰੂ ਸਾਹਿਬ ਜੀ ਦੇ ਨੇ 5 ਪਿਆਰੇ, ਉਹਨਾਂ ਨੂੰ ਪਿਆਰੇ ਕਿਹਾ। ਬਾਬਾ ਅਜੀਤ ਸਿੰਘ ਨੂੰ ਪਿਆਰੇ ਨਹੀਂ ਕਿਹਾ, ਆਪਣੇ ਪੁੱਤਰਾਂ ਨੂੰ ਪਿਆਰੇ ਨਹੀਂ ਕਿਹਾ। क्या जिस खित्ते में हम कहते थे आना जे वही है, जहां पे कल बच्चों का कटाना जे वही है। लहिंदा वेख्या, दखण वेख्या, पहाड़ वेख्या, आसमां भी कह रहा है ये ठिकाना वही है। आकाश विचों भी आवाज़ां आ रही ने भी ये ओहो ही ठिकाना है जिथे कल प्यारे शहीद कराने ने, जिथे 2 अपने अखां दे सामने बेरा बेरा कराने ने, ये ओहो ही है। ते एक मेरे पातशाह ने इत्थे होर कुछ नज़ारा कीता। मेरे सतगुरु जी ने खंजर मारिया है कच्ची गढ़ी दे विच, उस कंध विच मारिया ते मिट्टी दी डली लई ते उसनूं अपने हत्थ दे उत्ते भोर के फूक मार दित्ती। भाई दया सिंह ने कहा, पातशाह ये गल सानूं तुहाडी रमज समझ नहीं आई। पातशाह ने कहा, भाई दया सिंह, प्यारे भाई दया सिंह, मैं अपने खालसे दे कोलों अज ते कोई गुरु बनाउंदे आ ना, असीं गुर दिंदा है ना कोई जिहड़ी घुंडी अपने कोल जरूर रख लैंदा है। अपने शिष्य नूं, अपने सेवक, अपने स्टूडेंट नूं नहीं दिंदा, कोई ना कोई घुंडी ये रख लैंदा है। जे मैं ये भी इहनूं घुंडी दे दित्ती ते फिर मैं गुरु काहदा रह गया। कोई ना कोई ऊण अपने शिष्य दे कोलों रख लैंदा है कि अपने आप नूं गुरु जिताउण वास्ते। जे मैं ये भी इहनूं दस दित्ता ते फिर मेरे कोल ते कुछ रह ही ना गया। पर भाई दया सिंह नूं मेरे पातशाह कहण लगे, प्यारे दया सिंह, अज तक मैं तुहानूं अपने कोलों कुछ लुका के नहीं रखिया ते मैं ये भी मैं लुका के नहीं रखदा। ये मैं खंजर मार के मिट्टी कढ़ के इसनूं मैं मसल के फूक तां मारी है। मैं इस कच्ची गढ़ी दी मिट्टी नूं सलाम करदा। समा आवेगा, बड़े बड़े किले पक्के इमारतां ਜਿਹੜੀਆਂ ਨੇ ਉਹ ਵੀ ਇਸ ਦੇ ਸਾਹਮਣੇ ਝੁਕ ਜਾਣਗੀਆਂ। ਉਹਨਾਂ ਇਮਾਰਤਾਂ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ। ਇਸ ਕੱਚੀ ਗੜੀ ਨੂੰ ਆ ਕੇ ਲੋਕ ਨਮਸਕਾਰਾਂ ਕਰਨਗੇ, ਇਸ ਕੱਚੀ ਗੜੀ ਨੂੰ ਆ ਕੇ ਲੋਕ ਸਜਦਾ ਕਰਿਆ ਕਰਨਗੇ। ਮੈਂ ਇਸ ਕੱਚੀ ਗੜੀ ਦੀ ਇਸ ਮਿੱਟੀ ਨੂੰ ਮੈਂ ਇਸ ਨੂੰ ਸਲਾਮ ਕੀਤੀ ਹੈ ਤੇ ਰਹਿੰਦੀ ਦੁਨੀਆ ਤੱਕ ਸਲਾਮ ਹੁੰਦੀ ਰਹੇਗੀ। ਗੁਰੂ ਪਿਆਰਿਓ, ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਮੈਂ ਅੱਗੇ ਚੱਲਾਂ। ਮੈਂ ਗੱਲ ਆ ਸ਼ੁਰੂ ਕੀਤੀ ਸੀ, ਕੱਚੀ ਗੜੀਏ ਜੇ ਤੂੰ ਨਾ ਹੁੰਦੀ ਤੇ ਖਾਲਸਾ ਰਾਜ ਨਹੀਂ ਸੀ ਕਾਇਮ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਨਹੀਂ ਸੀ ਪੰਜਾਬ ਵੱਲ ਆਉਣਾ। ਕੱਚੀਏ ਗੜੀਏ ਜੇ ਤੂੰ ਨਾ ਹੁੰਦੀ ਤੇ ਗੁਰਦਾਸ ਨੰਗਲ ਦੀ ਗੜੀ ਨਹੀਂ ਸੀ ਹੋਣੀ। ਕੱਚੀਏ ਗੜੀਏ ਜੇ ਤੂੰ ਨਾ ਹੁੰਦੀ ਤੇ ਜਿਹੜੇ
ਸੂਬਾ ਸਰਹੰਦ ਵਜੀਦ ਖਾਂ ਦੀ ਜਿਹੜੀ ਸਰਹੰਦ ਹੈ ਉਹਦੀ ਇੱਟ ਨਾਲ ਇੱਟ ਨਹੀਂ ਸੀ ਖੜਕਣੀ। ਕੱਚੀਏ ਗੜੀਏ ਜੇ ਤੂੰ ਨਾ ਹੁੰਦੀ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਨਹੀਂ ਸੀ ਪੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ